हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸਿਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਅੱਜ ਫਾਈਨਲ ਐਗਜ਼ਾਮ ਹੈ 24 ਫੈਬਰਰੀ। ਸੋ ਇਸ ਦੇ ਵਿੱਚ ਤੁਸੀਂ ਆਪਣਾ ਕਿਵੇਂ ਪੇਪਰ ਨੂੰ ਕੁਐਸਚਨ ਪੇਪਰ ਨੂੰ ਅਟੈਂਪਟ ਕਰਨਾ ਤਾਂ ਕਿ ਤੁਸੀਂ ਆਪਣੇ ਵਧੀਆ ਤੋਂ ਵਧੀਆ ਮਾਰਕਸ 80 ਆਊਟ ਆਫ 80 ਲੈ ਸਕੋ। ਸੋ ਕੀ ਉਸ ਦੇ ਲਈ ਜਿਹੜੇ ਕੀ ਇੰਸਟਰਕਸ਼ਨਸ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਪਾਸਿੰਗ ਫਾਰਮੂਲਾ ਕੀ ਹੈ, ਠੀਕ ਆ। ਕਿਵੇਂ ਤੁਸੀਂ ਕਿਹੜੇ ਚੀਜ਼ਾਂ ਕਰਕੇ ਤੁਸੀਂ ਆਪਣੇ ਵਧੀਆ ਸਕੋਰ ਪਾਸਿੰਗ ਮਾਰਕਸ ਤੋਂ ਵੱਧ ਸਕੋਰ ਕਿਵੇਂ ਲੈ ਸਕਦੇ ਹੋ, ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਪਾਸਿੰਗ ਮਾਰਕਸ ਤਾਂ ਹੋਣਗੇ ਹੀ ਹੋਣਗੇ ਤੇ ਨਾਲ ਦੀ ਨਾਲ ਹੈ ਕਿ ਤੁਸੀਂ ਆਪਣੇ ਵਧੀਆ ਪੇਪਰ ਨੂੰ ਕਿਵੇਂ ਅਟੈਂਪਟ ਕਰਨਾ ਤੇ ਵਧੀਆ ਮਾਰਕਸ ਕਿਵੇਂ ਲੈਣੇ ਨੇ, ਕਿੰਨੇ ਜਿਹੜੇ ਕਿ ਲਾਈਨਾਂ ਦਾ ਕਿਹੜਾ ਕੁਐਸਚਨ ਕਰਨਾ, ਉਹ ਸਾਰਾ ਆਪਾਂ ਡਿਸਕਸ ਕਰਦੇ ਹਾਂ ਕਿਵੇਂ ਕਰਨਾ। ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਬੱਚੇ ਬਹੁਤ ਕਨਫਿਊਜ਼ ਹੋ ਰਹੇ ਨੇ, ਹੈ ਨਾ। ਜਿਹੜੀ ਤੁਹਾਡੀ ਸਪੋਜ਼ ਆ ਤੁਹਾਡੀ ਆਨਸਰ ਸ਼ੀਟ ਹੈ ਨਾ, ਸਪੋਜ਼ ਆ ਤੁਹਾਡੀ ਆਨਸਰ ਸ਼ੀਟ ਹੈ। ਇਸ ਦੇ ਵਿੱਚ ਫਸਟ ਪੇਜ OMR ਤੁਸੀਂ ਉਹਨੂੰ ਫਿਲ ਕਰਦੇ ਹੋ, ਹੈ ਨਾ। ਦੈਨ ਉਸ ਤੋਂ ਬਾਅਦ ਇੱਧਰ ਨੂੰ ਟਰਨ ਕਰਦੇ ਹੋ ਐਵੇਂ, ਇਹ ਫਿਰ ਐਵੇਂ ਇਹ ਸ਼ੇਪ ਬਣ ਜਾਂਦੀ ਆ। ਇੱਕ ਆਹ ਵਾਲਾ ਪੇਜ, ਇੱਕ ਆਹ ਵਾਲਾ ਪੇਜ, ਹੈ ਨਾ। ਜਦੋਂ ਇਹਨੂੰ ਖੋਲ੍ਹਿਆ ਤੁਸੀਂ ਆਹ ਵਾਲੇ ਪੇਜ 'ਤੇ ਤਾਂ ਇੰਸਟਰਕਸ਼ਨਸ ਹੁੰਦੀਆਂ, ਤੁਸੀਂ ਖੁਦ ਹੀ ਰੀਡ ਕੀਤਾ ਹੋਣਾ। ਦੈਨ ਆਹ ਵਾਲੇ ਪੇਜ ਦੇ ਵਿੱਚ ਤੁਹਾਨੂੰ ਦੱਸੇ ਸੀ ਕਿ ਤੁਸੀਂ ਭਰਨਾ, ਹੈ ਨਾ। ਐਗਜ਼ਾਮੀਨੇਸ਼ਨ ਨੇਮ ਆਫ ਦਾ ਐਗਜ਼ਾਮੀਨੇਸ਼ਨ ਤੁਹਾਨੂੰ ਕਿਹਾ ਸੀ ਜਾਂ ਤਾਂ ਸੀਨੀਅਰ ਸੈਕੰਡਰੀ ਫਿਲ ਕਰ ਦਿਓ ਜਾਂ ਮੈਟ੍ਰਿਕ, ਉਹ ਤੁਸੀਂ ਸਾਰਾ ਫਿਲ ਕਰ ਲੈਣਾ। ਹੁਣ ਜਦੋਂ ਤੁਸੀਂ ਇਹਨੂੰ ਟਰਨ ਕਰਦੇ ਹੋ, ਇਹ ਵਾਲਾ ਪੇਜ ਛੱਡਣਾ, ਠੀਕ ਹੈ। ਜਦੋਂ ਹੁਣ ਸਪੋਜ਼ ਆਹ ਵਾਲਾ ਪੇਜ ਟਰਨ ਕਰ ਦਿਓ, ਤੁਸੀਂ ਆਹ ਵਾਲਾ ਫਿਲ ਕੀਤਾ, ਜਦੋਂ ਇਹਨੂੰ ਟਰਨ ਕਰੋਗੇ ਆਹ ਵਾਲਾ ਖਾਲੀ ਛੱਡਣਾ। ਇਸ ਪੇਜ ਤੋਂ ਸੱਜੇ ਪਾਸੇ ਤੋਂ ਲਿਖਣਾ ਸਟਾਰਟ ਕਰਨਾ। ਪਹਿਲੇ ਐਗਜ਼ਾਮ 'ਚ ਤੁਹਾਡਾ ਜੋ ਹੋ ਗਿਆ, ਅੱਜ ਤੁਸੀਂ ਐਵੇਂ ਕਰਨਾ, ਠੀਕ ਹੈ। ਇਸ ਪੇਜ ਤੋਂ ਸਟਾਰਟ ਕਰਨਾ। ਹੁਣ ਸਭ ਤੋਂ ਪਹਿਲਾਂ ਹੋਊਗਾ ਤੁਹਾਡਾ ਰੀਡਿੰਗ ਕੰਪਰੀਹੈਂਸ਼ਨ, ਜਿਸ ਦੇ ਵਿੱਚ ਤੁਸੀਂ ਪੈਰੇ ਨੂੰ ਧਿਆਨ ਦੇ ਨਾਲ ਪੜ੍ਹਨਾ ਤੇ ਇਹੀ ਤੁਹਾਡੇ ਮਾਰਕਸ ਜਿਵੇਂ 16 ਅੰਕਾਂ ਦਾ 16 ਦੇ ਵਿੱਚੋਂ ਤੁਹਾਡੇ ਫੁੱਲ ਮਾਰਕਸ ਆਉਣਗੇ। ਕਿਵੇਂ ਆਉਣਗੇ, ਇਹਨੂੰ ਕਿਵੇਂ ਕਰਨਾ ਤੁਸੀਂ, ਇਹਦੇ ਲਈ ਤੁਸੀਂ ਕੀ ਕਰਨਾ। ਸਭ ਤੋਂ ਪਹਿਲਾਂ ਤਾਂ ਇਹ ਨਹੀਂ ਹੈ ਕਿ ਸਭ ਤੋਂ ਪਹਿਲਾਂ ਪੈਰਾ ਪੜ੍ਹ ਲੈਣਾ, ਪੈਰਾ ਨਾ ਪੜ੍ਹਿਓ ਕਿਉਂਕਿ ਪੈਰਾ ਇੰਗਲਿਸ਼ ਦੇ ਵਿੱਚ ਕਾਫੀ ਵੱਡਾ ਹੁੰਦਾ, ਇਹਦੇ ਵਿੱਚ ਦਿੱਤਾ ਹੋਇਆ। ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਕੁਐਸਚਨਸ ਪੜ੍ਹਨੇ ਨੇ, ਕੁਐਸਚਨਸ ਸਾਰੇ ਕੁਐਸਚਨਸ ਪੜ੍ਹਨੇ ਨੇ ਤੇ ਉਹਨਾਂ ਦੇ ਨਾਲ ਆਪਸ਼ਨਸ ਵੀ ਦੇਖਣੀਆਂ ਨੇ। ਕੁਐਸਚਨ ਨੂੰ ਪੜ੍ਹਨ ਸਾਰ ਫਿਰ ਤੁਸੀਂ ਪੈਰੇ ਤੇ ਆਉਣਾ। ਸਾਰੇ ਕੁਐਸਚਨਸ ਇੱਕੋ ਦਮ ਕੁਐਸਚਨਸ ਪੜ੍ਹਨੇ ਨੇ, ਉਹਨਾਂ ਦੇ ਜਿਹੜੇ ਕਿ ਆਨਸਰਸ ਵੀ ਦੇਖਣੇ ਨੇ ਕੀ ਨੇ। ਫਿਰ ਉਹੀ ਜਿੱਥੇ ਉਹਨਾਂ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਮੈਚ ਕਰ ਰਹੀ ਹੈ ਉਹਨੂੰ ਪੈਨਸਲ ਨਾਲ ਅੰਡਰਲਾਈਨ ਕਰੀ ਜਾਓ, ਠੀਕ ਹੈ, ਜਾਂ ਮਾਈਂਡ 'ਚ ਬਿਠਾਈ ਜਾਓ ਜਾਂ ਅੰਡਰਲਾਈਨ ਕਰੀ ਜਾਓ। ਫਿਰ ਦੈਨ ਉਸ ਤੋਂ ਬਾਅਦ ਇਹ ਚੀਜ਼ ਕਰ ਲਿਆ, ਪਹਿਲਾਂ ਤੁਸੀਂ ਕੁਐਸਚਨ ਪੜ੍ਹੇ, ਫਿਰ ਪੈਰੇ ਦੇ ਵਿੱਚੋਂ ਕੀ ਪੁਆਇੰਟਸ ਨੇ ਜਿਹੜੇ ਉਹਨਾਂ ਨਾਲ ਮਿਲਦੇ ਹੋ ਜੁਲਦੇ ਤੁਸੀਂ ਅੰਡਰਲਾਈਨ ਕਰ ਲਏ, ਫਿਰ ਤੁਹਾਡਾ ਆਨਸਰ ਆਰਾਮ ਨਾਲ ਮਿਲ ਜੂਗਾ, ਆਰਾਮ ਨਾਲ ਮਿਲੂਗਾ। ਐਵੇਂ ਹੋ ਨਹੀਂ ਸਕਦਾ ਕਿ ਪੈਰੇ ਦੇ ਵਿੱਚੋਂ ਕੁਐਸਚਨਸ ਨਾ ਮਿਲਣ। ਤੇ ਸਿਰਫ ਤੋਂ ਸਿਰਫ ਜਿਵੇਂ ਇਹ 10 ਕੁਐਸਚਨ ਹੋਣਗੇ, 10 ਕੁਐਸਚਨਾਂ 'ਚ 2 ਕੁਐਸਚਨ ਆਪਾਂ ਵੱਧ ਤੋਂ ਵੱਧ 2 ਕੁਐਸਚਨ ਕਹਿ ਸਕਦੇ ਕਿ ਘੁਮਾ ਕੇ ਪਾਏ ਹੋਏ ਹੋਣਗੇ, ਐਨੇ ਨਹੀਂ ਹੁੰਦੇ ਹੈਗੇ ਘੁਮਾ ਕੇ ਪਾਏ ਹੋਏ, ਠੀਕ ਹੈ। ਉਹ ਵੀ ਆਨਸਰ ਵਿੱਚੋਂ ਹੀ ਹੁੰਦੇ ਨੇ। ਉਹਦੇ ਵਿੱਚ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਤੁਹਾਨੂੰ ਥੋੜ੍ਹੀ ਜਿਹੀ ਉਹਦੀ ਪੰਜਾਬੀ ਬਣਾਉਣੀ ਆਉਂਦੀ ਹੋਣੀ ਚਾਹੀਦੀ ਹੈ, ਹੈ ਨਾ। ਉਹਨੂੰ ਸਮਝਣਾ ਧਿਆਨ ਦੇ ਨਾਲ ਵੀ ਇਹਦੇ ਵਿੱਚ ਕਹਿ ਕੀ ਰਿਹਾ, ਪੈਰੇ ਦੇ ਵਿੱਚ ਕੀ ਦਿੱਤਾ ਹੋਇਆ। ਦੈਨ ਫਿਰ ਤੁਹਾਡੇ ਉਹ ਆਨਸਰ ਵੀ ਜਿਹੜੇ ਆਪਾਂ ਕਹਿ ਦਿੰਦੇ ਨਾ ਵੀ ਆਪਾਂ ਨੂੰ ਤਾਂ ਲੱਭਣੇ ਹੀ ਨਹੀਂ ਆਏ ਹੈਗੇ, ਨਹੀਂ ਹੋਏ, ਉਹ ਵੀ ਤੁਹਾਨੂੰ ਜਿਹੜੇ ਕਿ ਈਜ਼ੀਲੀ ਉਹਨਾਂ ਨੂੰ ਤੁਸੀਂ ਆਨਸਰ ਉਹਨਾਂ ਨੂੰ ਬਣਾ ਪਾਓਗੇ। ਧਿਆਨ ਦੇ ਨਾਲ ਕਰਨਾ। ਇਹ 'ਚੋਂ 10 ਮਾਰਕਸ ਤੁਹਾਡੇ ਬਣਨ। ਤੇ ਇਹਨੂੰ ਕਰਨਾ ਕਿਵੇਂ ਆ, ਹੁਣ ਦੇਖੋ। ਹਾਂਜੀ ਦੇਖੋ, ਐਵੇਂ ਤੁਹਾਡੀ ਆਨਸਰ ਸ਼ੀਟ ਹੁੰਦੀ ਆ। ਇਸ ਦੇ ਤੁਸੀਂ ਕਿਵੇਂ ਸਟਾਰਟ ਕਰੋਗੇ, ਇਹ ਤੋਂ ਪਹਿਲਾਂ ਸੈਕਸ਼ਨ ਲਿਖੋਗੇ, ਸੈਕਸ਼ਨ ਏ ਅੰਡਰਲਾਈਨ ਕਰਨਾ ਜਿਵੇਂ ਮੈਂ ਕੀਤਾ ਹੋਇਆ, ਠੀਕ ਹੈ। ਐਵੇਂ ਦੋ ਲਾਈਨਾਂ ਲਗਾਉਣੀਆਂ ਨੇ, ਜਾਂ ਪੈਨਸਲ ਨਾਲ ਲਗਾਓ ਜਾਂ ਪੈਨ ਨਾਲ ਲਗਾਓ, ਜਿਵੇਂ ਤੁਹਾਨੂੰ ਠੀਕ ਲੱਗਦਾ। ਸੈਕਸ਼ਨ ਏ ਐਨ ਏ ਕੈਪੀਟਲ ਪਾਉਣਾ, ਠੀਕ ਹੈ, ਐਨ ਵਧੀਆ ਪਾਉਣਾ ਹੈ। ਸੈਕਸ਼ਨ ਏ ਰੀਡਿੰਗ ਕੰਪਰੀਹੈਂਸ਼ਨ, ਇਹ ਲਿਖਣ ਤੋਂ ਬਾਅਦ ਫਿਰ ਫਸਟ ਨੰਬਰ ਤੇ ਫਸਟ ਦਾ ਕਰ ਰਹੇ ਹੋ ਤੁਸੀਂ ਪੈਸੇਜ ਆਨਸਰ, ਜਾਂ ਤਾਂ ਇਹ ਲਿਖ ਦਿਓ ਜਾਂ ਸਿੱਧਾ ਹੀ ਰੀਡਿੰਗ ਕੰਪਰੀਹੈਂਸ਼ਨ ਲਿਖਿਆ ਹੋਇਆ ਨੰਬਰ 1 ਏ ਦੇ ਤੁਸੀਂ ਆਨਸਰ ਦੇਣੇ ਸਟਾਰਟ ਕਰ ਰਹੇ ਹੋ। ਦੇਖੋ ਜਿਵੇਂ ਮੈਂ ਲਿਖਿਆ ਹੋਇਆ ਆਨਸਰ 1 ਦਾ ਆਪਸ਼ਨ ਵੀ, ਹੁਣ ਆਪਸ਼ਨ ਵਾਲੇ ਕੁਐਸਚਨ ਹੋਣਗੇ ਪੈਰੇ 'ਚ ਤਾਂ, ਹੈ ਨਾ। ਪਹਿਲੇ ਦੇ ਵਿੱਚ ਜਿਹੜਾ ਪਹਿਲਾ ਪੈਸੇਜ ਹੋਊਗਾ ਉਹਦੇ ਵਿੱਚ ਸਾਰੇ ਆਪਸ਼ਨ ਵਾਲੇ ਕੁਐਸਚਨ ਹੋਣਗੇ ਤੇ ਫਿਲਿੰਗ ਦਾ ਬਲੈਂਕਸ ਹੋਣਗੇ। ਹੁਣ ਉਹਦੇ ਵਿੱਚ ਤੁਸੀਂ ਸਪੋਜ਼ ਆਨਸਰ ਫਸਟ ਦਾ ਤੁਹਾਡੇ ਕੋਲ B ਆਪਸ਼ਨ ਆਇਆ ਤਾਂ B ਆਪਸ਼ਨ ਪਾ ਕੇ ਨਾਲ ਆਨਸਰ ਵੀ ਲਿਖਣਾ। ਸੈਕਿੰਡ ਕੁਐਸਚਨ ਦਾ ਆਨਸਰ ਪਾ ਕੇ ਆਨਸਰ ਸੈਕਿੰਡ ਕੁਐਸਚਨ ਉਹਦਾ ਤੁਹਾਡੇ ਕੋਲ A ਆਇਆ ਆਪਸ਼ਨ ਤਾਂ A ਲਿਖ ਕੇ ਨਾਲ ਆਨਸਰ ਵੀ ਲਿਖਣਾ। ਅਗਰ ਤੁਸੀਂ ਐਵੇਂ ਲਿਖੋਗੇ ਤਾਂ ਹੋ ਹੀ ਨਹੀਂ ਸਕਦਾ ਤੁਹਾਡੇ ਮਾਰਕਸ ਕੱਟ ਜਾਣ। ਤੇ ਇਹਦੇ ਵਿੱਚੋਂ ਜਿਹੜੇ ਤੁਹਾਡੇ 5 ਅੰਕ ਗੁੱਡ ਹੈਂਡਰਾਈਟਿੰਗ ਦੇ ਮਿਲਣੇ ਨੇ ਉਹ ਤੁਹਾਨੂੰ ਪੱਕੇ ਮਿਲਣਗੇ। ਗੁੱਡ ਹੈਂਡਰਾਈਟਿੰਗ ਦੇ ਲਈ ਤੁਸੀਂ ਕੀ ਕਰਨਾ, ਇਹ 'ਚੋਂ 5 ਜਿਹੜੇ ਬੱਚਿਆਂ ਨੇ ਹੁਣ ਮਤਲਬ ਕਿ ਸਥਿਤੀ ਡਾਵਾਡੋਲ ਲੱਗਦੇ, ਤੁਹਾਨੂੰ ਪਤਾ ਹੀ ਹੁੰਦਾ ਹੈ ਨਾ ਵੀ ਉਹ ਆਪਣੀ ਹੈਂਡਰਾਈਟਿੰਗ 'ਚੋਂ 5 ਕਰਨ। ਤੇ ਜਿਨ੍ਹਾਂ ਨੇ ਆਪਣੇ ਸਾਰੇ ਬੱਚੇ ਹੀ ਕੋਸ਼ਿਸ਼ ਕਰਨੇ ਨੇ ਕਿ ਹੈਂਡਰਾਈਟਿੰਗ 'ਚੋਂ 5 ਆਉਣ। ਕਿਵੇਂ ਆਉਣਗੇ, ਪੇਪਰ ਕਰਨ ਦਾ ਢੰਗ, ਪੇਪਰ ਦਾ ਸਟਾਈਲ, ਹੈ ਨਾ, ਤੁਹਾਡਾ
ਇਹ ਬਹੁਤ ਮਾਰਕਸ ਦਵਾ ਦਿੰਦਾ ਹੁੰਦਾ। ਸੋ ਇਹਦੇ ਲਈ ਤੁਸੀਂ ਕੋਈ ਵੀ ਇੱਕ ਤਾਂ ਸਪੈਲਿੰਗ ਮਿਸਟੇਕ ਨਹੀਂ ਕਰਨੀ। ਅਗਰ ਸਪੈਲਿੰਗ ਮਿਸਟੇਕ ਹੋ ਜਾਂਦੀ ਆ ਤੁਹਾਡੇ ਤੋਂ ਹੋ ਜਾਂਦੀ ਆ ਦੈਨ ਤੁਸੀਂ ਕੋਈ ਵੀ ਜਿਵੇਂ ਇੱਥੇ ਕੁਛ ਤੁਸੀਂ ਆਈਜ਼ ਐਵੇਂ ਪਾਤੀਆਂ, ਆਈਜ਼ ਕੁਛ ਵੀ ਪਾਤਾ ਤੁਹਾਡੇ ਤੋਂ ਰੋਂਗ ਹੋ ਗਿਆ, ਤਾਂ ਇਹਦੇ ਲਈ ਤੁਸੀਂ ਕੀ ਕਰਨਾ, ਜਿਵੇਂ ਮੰਨ ਲਓ ਐਵੇਂ ਪਾਤਾ ਤੁਸੀਂ, ਇਹ ਨਹੀਂ ਐ ਨਹੀਂ ਕਰਨਾ ਹੈਗਾ, ਓਵਰ ਕਟਿੰਗ ਨਹੀਂ ਕਰਨੀ, ਇਹਦੇ ਇੱਕ ਲਾਈਨ ਲਗਾ ਦਿਓ। ਠੀਕ ਹੈ, ਮੰਨ ਲਓ ਇਹ ਐਵੇਂ ਪਾਤਾ ਤੁਸੀਂ, ਇਹ ਤੇ ਇੱਕ ਲਾਈਨ ਲਗਾ ਦਿਓ, ਵੱਧ ਤੋਂ ਵੱਧ 2 ਲਗਾ ਦਿਓ ਬਸ। ਇਸ ਤੋਂ ਇਲਾਵਾ ਜ਼ਿਆਦਾ ਓਵਰ ਕਟਿੰਗ ਨਹੀਂ ਕਰਨੀ ਅਗਰ ਤੁਹਾਤੋਂ ਮਿਸਟੇਕ ਹੋ ਜਾਂਦੀ ਹੈ। ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਮਿਸਟੇਕ ਨਾ ਕਰੋ। ਠੀਕ ਹੈ, ਇਹਦੇ ਨਾਲ ਤੁਹਾਡੀ ਮਿਸਟੇਕ ਨਹੀਂ ਹੋਣੀ, ਮਿਸਟੇਕ ਨਹੀਂ ਹੋਊਗੀ, ਤੁਹਾਡਾ ਪੇਪਰ ਗੰਦਾ ਨਹੀਂ ਲੱਗੂਗਾ, ਸੋਹਣਾ ਲੱਗੂਗਾ, ਹੈ ਨਾ। ਜਦੋਂ ਪੇਪਰ ਸੋਹਣਾ ਲੱਗੂਗਾ ਤਾਂ ਫਿਰ 5 ਚੋਂ 5 ਤਾਂ ਮਿਲਣਗੇ ਗੁੱਡ ਹੈਂਡ ਰਾਈਟਿੰਗ ਦੇ। ਸਭ ਤੋਂ ਪਹਿਲਾਂ ਤਾਂ ਗੁੱਡ ਹੈਂਡ ਰਾਈਟਿੰਗ 'ਚ ਤੁਸੀਂ ਮਾਰਕਸ ਖਿੱਚਣੇ ਨੇ, ਫਿਰ ਤੁਹਾਡਾ ਪੈਰਿਆਂ ਵਾਲਾ ਆ ਰਿਹਾ 10 ਨੰਬਰ ਵਾਲਾ, ਹੈ ਨਾ। ਤੇ ਮਿਸਟੇਕਸ ਕੀ ਕਰਨੀਆਂ ਨੇ, ਅਵੋਇਡ ਕਰਨੀਆਂ ਨੇ, ਮਿਸਟੇਕ ਨਹੀਂ ਕਰਨੀਆਂ। ਤੇ ਉਸ ਤੋਂ ਬਾਅਦ ਹੁਣ ਜਿਵੇਂ ਆਹ ਇੱਕ ਕੁਐਸਚਨ ਤੁਹਾਨੂੰ ਦੱਸਦਾ, ਇਹ ਸਾਰੇ 10 ਦੇ 10 ਹੋ ਗਏ। ਫਿਲਿੰਗ ਦਾ ਬਲੈਂਕਸ ਵਾਲਾ ਵੀ ਆਇਆ, ਤੁਸੀਂ ਸਪੋਜ਼ ਨੰਬਰ 7 ਤੇ ਫਿਲਿੰਗ ਦਾ ਬਲੈਂਕਸ ਆ, ਨੰਬਰ 7 ਤੇ ਤੁਸੀਂ ਡੈਸ਼ ਬਣਾ ਕੇ ਇੱਥੇ ਲਿਖ ਦੋਗੇ। ਠੀਕ ਹੈ, ਡੈਸ਼ ਬਣਾ ਕੇ ਲਿਖੋਗੇ। ਦੈਨ ਤੁਹਾਡਾ ਇਹ ਪੋਰਸ਼ਨ ਇਹ ਕੰਪਲੀਟ ਹੋਇਆ, ਫਿਰ ਤੁਸੀਂ ਲਾਈਨ ਲਗਾਉਣੀ ਆ, ਪੈਨਸਲ ਦੇ ਨਾਲ ਲਾਈਨ ਲਗਾਉਣੀ ਆ। ਐਨੇ ਤੁਸੀਂ ਇੱਥੇ ਜਿਵੇਂ ਮੈਂ ਛੱਡ ਕੇ ਇਹਨੇ 2 ਲਾਈਨਾਂ, ਤੁਸੀਂ ਐਵੇਂ 2 ਲਾਈਨਾਂ ਛੱਡ ਕੇ ਫਿਰ ਲਿਖ ਦੋਗੇ B। ਲਾਈਨਾਂ ਬਾਅਦ 'ਚ ਲਗਾਇਓ, ਕਿਉਂਕਿ ਲਾਈਨਾਂ ਬਾਅਦ 'ਚ ਕਿਉਂ ਕਹਿ ਰਹੀ ਹਾਂ ਮੈਂ, ਕਿਉਂਕਿ ਤੁਹਾਡਾ ਪੇਪਰ ਰਹਿ ਜਾਂਦਾ, ਤੁਸੀਂ ਸਜਾਵਟ ਦੇ ਨਾਲ ਲਾਈਨਾਂ ਹੀ ਲਗਾਉਣ ਲੱਗ ਜਾਂਦੇ ਹੋ ਤਾਂ ਉਹਦੇ ਨਾਲ ਪੇਪਰ ਰਹਿ ਜਾਂਦਾ ਹੁੰਦਾ। ਫਿਰ ਲਾਈਨਾਂ ਲਈ ਬਾਅਦ 'ਚੋਂ ਟਾਈਮ ਛੱਡੋ, ਪਹਿਲਾਂ 2 ਲਾਈਨਾਂ ਛੱਡ ਦਿਓ, ਫਿਰ B ਸਟਾਰਟ ਕਰਨਾ। B ਦੇ ਵਿੱਚ ਵੀ ਪੈਰਾ ਹੋਊਗਾ, B ਦੇ ਵਿੱਚ ਪੈਰਾ ਜਿਹੜਾ ਹੋਊਗਾ। ਹੁਣ ਜਿਹੜਾ A ਦੇ ਵਿੱਚ ਆ, ਇਹਦੇ ਵਿੱਚ 6 ਤੱਕ ਜਿਹੜੇ ਕੁਐਸਚਨ ਜਾਣਗੇ ਤੁਹਾਡੇ MCQs ਹੋਣਗੇ। ਫਿਰ ਤੁਹਾਡੇ 1 ਲਾਈਨਰ ਕੁਐਸਚਨ ਵੀ ਹੋਣਗੇ ਇਹਦੇ 'ਚ, 1 ਲਾਈਨਰ ਵੀ ਹੋ ਸਕਦੇ ਨੇ, ਟਰੂ ਫਾਲਸ ਵੀ ਹੋ ਸਕਦੇ ਨੇ, ਤੇ ਫਿਲਿੰਗ ਦਾ ਬਲੈਂਕਸ ਵੀ ਹੋ ਸਕਦੇ ਨੇ। ਓਕੇ, ਇਹ ਸਾਰੇ ਤਰੀਕੇ। ਤੇ ਕੁਝ ਪਹਿਲਾਂ ਇੰਸਟਰਕਸ਼ਨਸ ਸੁਣੋ ਤੁਸੀਂ, ਆਪਣਾ ਕੁਐਸਚਨ ਪੇਪਰ ਕਿਵੇਂ ਹਨਾ ਕਰਨਾ। ਇਹਦੇ ਵਿੱਚ ਇੱਕ ਤਾਂ ਕੋਈ ਵੀ ਮਿਸਟੇਕ ਨਹੀਂ ਛੁੱਟਣੀ ਚਾਹੀਦੀ, ਕੋਈ ਵੀ ਮਿਸਟੇਕ ਨਾ ਹੋਵੇ, ਓਵਰ ਕਟਿੰਗ ਨਾ ਹੋਵੇ ਪੇਪਰ ਦੇ ਵਿੱਚ। ਅਗਰ ਕੁਝ ਕਟਿੰਗ ਹੋ ਜਾਂਦੀ ਉਹਨੂੰ ਸਿਰਫ ਇੱਕ ਲਾਈਨ ਲਗਾਉਣੀ ਆ। ਦੈਨ ਤੇ ਪੇਪਰ ਕਰਨ ਤੋਂ ਬਾਅਦ ਲਾਈਨਾਂ ਲਗਾਉਣੀਆਂ ਨੇ, ਇਹ ਨਾ ਹੋਵੇ ਪੇਪਰ ਰਹਿ ਜੇ ਤੁਸੀਂ ਲਾਈਨਾਂ ਹੀ ਲਗਾਉਂਦੇ ਰਹਿ ਜਾਓ। ਤੇ ਇੱਕ ਪੇਜ ਨਹੀਂ ਛੁੱਟਣਾ ਚਾਹੀਦਾ, ਇਹਦੇ ਵਿੱਚ ਪੇਜ ਛੁੱਟਣਾ ਨਹੀਂ ਚਾਹੀਦਾ। ਇਹਦੇ ਇੰਸਟਰਕਸ਼ਨਸ ਤੁਹਾਡੇ ਕੁਐਸਚਨ ਪੇਪਰ ਤੇ ਵੀ ਦਿੱਤੇ ਹੁੰਦੇ ਨੇ ਵੀ ਪੇਜ ਛੁੱਟਣਾ ਨਹੀਂ ਚਾਹੀਦਾ ਅਕੋਰਡਿੰਗ ਟੂ ਰੂਲ। ਅਗਰ ਤੁਹਾਡਾ ਪੇਜ ਛੁੱਟ ਗਿਆ ਤਾਂ ਪੇਪਰ ਚੈੱਕ ਨਹੀਂ ਹੋਣਾ। ਸਪੋਜ਼ ਤੇ ਇੱਕ ਤੁਹਾਡਾ ਜੋ ਕੁਐਸਚਨ ਤੁਸੀਂ ਪਿਛਲੇ ਪੇਜ ਤੋਂ ਸਟਾਰਟ ਕਰਦੇ ਆ ਰਹੇ ਹੋ, ਮੰਨ ਲਓ ਇਸ ਪੇਜ ਤੇ ਇੱਥੇ ਖਤਮ ਹੋ ਗਏ, ਨੀਚੇ ਲਾਈਨਾਂ ਪਈਆਂ ਨੇ ਕਾਫੀ, ਤੁਸੀਂ ਚੱਕ ਕੇ ਕੀ ਕਰਦੇ ਹੋ ਅਗਲੇ ਪੇਜ ਤੇ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਨਹੀਂ, ਉੱਥੇ ਕੋਸ਼ਿਸ਼ ਨਹੀਂ ਕਰਨੀ, ਇਸ ਦੇ ਨੀਚੇ ਹੀ ਕਰਨਾ, ਇਸ ਦੇ ਨੀਚੇ ਹੀ ਕਰਨਾ। ਤੇ ਪੇਪਰ ਫੜਾਉਣ ਤੋਂ ਪਹਿਲਾਂ ਜ਼ਰੂਰ ਧਿਆਨ ਦੇਣਾ ਕਿ ਤੁਸੀਂ ਸੈੱਟ ਲਿਖਿਆ ਹੋਇਆ, ਸੈੱਟ ਜ਼ਰੂਰ ਲਿਖਣਾ, ਸੈੱਟ ABC ਜੋ ਵੀ ਤੁਹਾਨੂੰ ਹੈ। ਤੇ ਦੂਜਾ ਦੇਖਣਾ ਕਿ ਪੇਜ ਤਾਂ ਨਹੀਂ ਛੁੱਟਿਆ, ਅਗਰ ਕੋਈ ਪੇਜ ਛੁੱਟਿਆ ਹੋਇਆ ਹੈ ਤਾਂ ਉਹ 'ਤੇ PTO ਜ਼ਰੂਰ ਲਿਖੋ, PTO ਲਿਖੋ। ਅਗਰ PTO ਨਹੀਂ ਤਾਂ ਲਾਈਨ ਜ਼ਰੂਰ ਲਗਾਓ। ਅਗਰ ਬਾਈ ਚਾਂਸ ਹੋ ਤਾਂ ਪੇਜ ਛੁੱਟ ਗਿਆ, ਬਾਈ ਚਾਂਸ, ਵੈਸੇ ਤਾਂ ਨਹੀਂ ਛੱਡਣਾ ਤੁਸੀਂ, ਠੀਕ ਆ, ਛੱਡਣਾ ਨਹੀਂ ਹੈ, ਬਾਈ ਚਾਂਸ, ਕਿਉਂਕਿ ਆਪਾਂ ਤੋਂ ਕਈ ਵਾਰ ਨਹੀਂ ਪਤਾ ਲੱਗਦਾ ਕਿ ਪੇਜ ਛੁੱਟ ਜਾਂਦਾ, ਫਿਰ ਤੁਸੀਂ PTO ਲਿਖਣਾ। ਪੇਪਰ ਦੇ ਵਿੱਚ ਤੁਸੀਂ ਐਨ ਧਿਆਨ ਦੇ ਨਾਲ ਚੈੱਕ ਕਰਨਾ ਕਿ ਪੇਜ ਤਾਂ ਨਹੀਂ ਕੋਈ ਛੁੱਟਿਆ ਹੈਗਾ। ਇਹ ਚੀਜ਼ਾਂ ਧਿਆਨ ਦੇ ਨਾਲ ਕਰਨੀਆਂ ਨੇ। ਸਪੈਲਿੰਗ ਮਿਸਟੇਕ ਨਹੀਂ ਕਰਨੇ, ਇੰਗਲਿਸ਼ ਦੇ ਵਿੱਚ ਵੱਧ ਤੋਂ ਵੱਧ ਸਪੈਲਿੰਗ ਮਿਸਟੇਕ ਹੀ ਚੈੱਕ ਹੁੰਦੇ ਨੇ, ਸਪੈਲਿੰਗ ਮਿਸਟੇਕ ਨਹੀਂ ਕਰਨੇ। ਨਾ ਹੋਵੇ ਤੁਸੀਂ ਬਹੁਤ ਲਿਖ ਕੇ ਹੋਵੇ ਬਟ ਸਪੈਲਿੰਗ ਟੂ ਮੱਚ ਹੋਣ ਤਾਂ ਫਿਰ ਤੁਸੀਂ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਸਪੈਲਿੰਗ ਮਿਸਟੇਕ ਨਹੀਂ ਹੋਣੇ ਚਾਹੀਦੇ। ਵਧੀਆ ਪੇਪਰ ਅਟੈਂਪਟ ਕਰਨਾ ਤਾਂ ਕਿ ਤੁਹਾਨੂੰ ਐਨ ਵਧੀਆ ਮਾਰਕਸ ਮਿਲਣ, ਹਾਂ ਫੁੱਲ ਮਾਰਕਸ ਮਿਲਣ, ਤੇ ਗੁੱਡ ਹੈਂਡ ਰਾਈਟਿੰਗ ਤੁਹਾਨੂੰ 5 ਚੋਂ 5 ਆਉਣ। ਜਿਹੜਾ ਹੁਣ ਸੈਕੰਡ ਪੈਸੇਜ ਹੋਊਗਾ, ਇਹਦੇ ਵਿੱਚ 2 ਤਾਂ ਇਹਦੇ ਵਿੱਚ MCQs ਹੋਣਗੇ ਤੇ ਇਹਦੇ ਵਿੱਚ 1 ਲਾਈਨਰ ਕੁਐਸਚਨ ਵੀ ਹੋਣਗੇ, ਫਿਲਿੰਗ ਦਾ ਬਲੈਂਕਸ ਵੀ ਹੋਊਗਾ, ਤੇ ਇਹਦੇ ਵਿੱਚ ਹੋਊਗੀ ਮੈਚਿੰਗ। ਹੁਣ ਜਿਵੇਂ ਇਹਦੇ ਵਿੱਚ ਮੈਚਿੰਗ ਹੈ, ਮੈਚਿੰਗ ਵਾਲੇ ਤੁਹਾਨੂੰ ਜਿਹੜੇ ਸਾਰੇ ਇੰਪੋਰਟੈਂਟ ਜਿਹੜੀ ਮੈਚਿੰਗ ਬਣਦੀ ਆ ਉਹ ਵੀਡੀਓ ਅਪਲੋਡ ਕੀਤੀ ਹੋਈ, ਉਹਨੂੰ ਜ਼ਰੂਰ ਦੇਖੋ, ਕਿਉਂਕਿ ਇਹਦੇ ਵਿੱਚ ਤੁਸੀਂ ਇੱਕ ਆਪਦਾ ਮਾਰਕਸ ਨਾ ਘਟਾ ਲਿਓ। ਤਾਂ ਇਹਦੇ ਵਿੱਚ ਆਪਟੀਮਿਸਟਿਕ ਹੁੰਦਾ, 1 who looks forward to positive outcomes, ਤੇ ਕ੍ਰਿਸ਼ੀਅਸ ਕੀ ਹੋ ਗਿਆ, ਡਿਫਿਕਲਟ ਫੇਜ਼। ਇਹਨੂੰ ਲਿਖੋਗੇ ਕਿਵੇਂ ਹੁਣ ਪੇਪਰ ਦੇ ਵਿੱਚ? ਹੁਣ ਜਿਵੇਂ ਤੁਸੀਂ ਇਹਦਾ ਲਿਖਣਾ, ਕ੍ਰਿਸ਼ੀਅਸ ਦਾ ਲਿਖਣਾ, ਤੁਸੀਂ ਇਹਨੂੰ ਲਿਖ ਕੇ ਬਰਾਬਰ ਪਾ ਕੇ ਇਹਦਾ ਆਨਸਰ। ਆਪਟੀਮਿਸਟਿਕ ਦਾ ਲਿਖਣਾ, ਆਪਟੀਮਿਸਟਿਕ ਪਾ ਕੇ ਬਰਾਬਰ ਇਹਦਾ ਆਨਸਰ। ਤੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੁਐਸਚਨ ਉਤਾਰਨੇ ਨੇ, ਡਿਪੈਂਡ ਕਰਦਾ ਤੁਹਾਡੇ ਤੇ। ਅਗਰ ਤੁਹਾਨੂੰ ਕੁਐਸਚਨ ਉਤਾਰਨੇ ਨੇ ਤਾਂ ਉਤਾਰਿਓ, ਨਹੀਂ ਨਾ ਸੀ। ਵੈਸੇ ਕੁਐਸਚਨ ਉਤਾਰਨ 'ਚ ਟਾਈਮ ਵੇਸਟ ਹੈ, ਕਿਉਂਕਿ ਹੁਣ ਜਿਵੇਂ ਇਹਦੇ ਵਿੱਚ ਕਈ ਬੱਚੇ ਕੀ ਕਰਦੇ ਨੇ, ਸਾਰਾ ਕੁਛ ਉਤਾਰਨ ਲੱਗਦੇ ਨੇ, ਉਹ ਟਾਈਮ ਵੇਸਟ ਆ, ਤੁਹਾਡਾ ਪੇਪਰ ਰਹਿ ਜਾਊਗਾ ਫਿਰ, ਠੀਕ ਆ। ਕੁਐਸਚਨ ਨਹੀਂ ਉਤਾਰਨੇ, ਪੈਰੇ ਵਾਲੇ ਨੇ ਤਾਂ ਬਿਲਕੁਲ ਨਾ ਉਤਾਰਿਓ, ਠੀਕ ਹੈ। ਐਵੇਂ ਆਨਸਰ ਕਰ ਦੇਣੇ ਨੇ। ਫਿਰ ਜਦੋਂ ਇਹ ਕੰਪਲੀਟ ਹੋ ਗਏ, ਇਹਨਾਂ 'ਚ ਨਹੀਂ ਖਾਲੀ ਸਥਾਨ ਛੱਡਿਓ, ਠੀਕ ਹੈ। ਪੈਸੇਜ ਜਿਹੜੇ ਪੈਸੇਜ ਵਾਲਿਆਂ 'ਚ ਖਾਲੀ ਸਥਾਨਾਂ ਨਾ ਛੱਡਿਓ। ਬਾਕੀ ਜਦੋਂ ਇੱਕ ਕੰਪਲੀਟ ਹੋ ਜਾਂਦਾ ਫਿਰ ਲਾਈਨਾਂ ਛੱਡ ਦਿਓ, ਫਿਰ ਉਹਦੇ ਬਾਅਦ 'ਚੋਂ ਲਾਈਨਾਂ ਲਗਾ ਦਿਓ। ਫਿਰ ਤੁਹਾਡਾ ਹੋਊਗਾ ਸੈਕਸ਼ਨ B। ਸੈਕਸ਼ਨ B ਜਿਵੇਂ ਮੈਂ ਪਾਇਆ ਹੋਇਆ ਐਵੇਂ ਵਿਚਕਾਰ ਕਰਨਾ, ਸੈਂਟਰ ਤੇ ਲਿਖੋਗੇ, ਸੈਂਟਰ ਤੇ, ਠੀਕ ਹੈ। ਸੈਂਟਰ ਤੇ ਸ਼ੀਟ ਤੇ ਲਿਖਣਾ ਸੈਕਸ਼ਨ A, ਸੈਕਸ਼ਨ B, ਸੈਕਸ਼ਨ C, ਜਿੰਨੇ ਵੀ ਸੈਕਸ਼ਨ ਹੋਣਗੇ। ਸੈਕਸ਼ਨ ਪਾਉਣੇ ਬਹੁਤ ਜ਼ਰੂਰੀ ਨੇ। ਜੇ ਤੁਸੀਂ ਕੁਐਸਚਨ ਨਹੀਂ ਉਤਾਰ ਰਹੇ ਤਾਂ ਸੈਕਸ਼ਨ ਪਾਉਣੇ ਜ਼ਰੂਰੀ ਨੇ, ਤੇ ਕੁਐਸਚਨ ਨੰਬਰ ਪਾਉਣਾ ਜ਼ਰੂਰੀ ਆ।
की जरूरी आ माइंड च रखना, क्वेश्चन नंबर पाना जरूरी है तो सैक्शन पाना जरूरी है। हुण जिवें प्रैसी सैकेंड नंबर ते देखो मैं लिखिया ना सैकेंड, तुसी भी उत्थे बड़ा लिखना सैकेंड, सैकेंड थोड़ा लार्ज होवे साइज उहदा, ठीक है, बड़ा होवे ते सैकेंड पा के फिर प्रैसी, फिर आंसर तुसी प्रैसी दा आंसर जो भी लिखोगे आंसर पा के प्रैसी जिन्ना भी तुसी लिखोगे, ठीक है। तुहानूं दस्सिया होया बार बार किन्नियां लाइनां दे विच प्रैसी करनी है, किवें करनी है, सवेरे भी वीडियो अपलोड की उहनूं भी देख सकदे हो, उस विच टाइटल भी दस्से होए ने। फिर अगर तुहानूं टाइटल आउंदा तां टाइटल जरूर लिखो, अगर नहीं आउंदा तां नो प्रॉब्लम। हुण इहदे विचों 4 ਤੋਂ 4 जाण, ये ना होवे प्रैसी जिन्नी हैगी उन्नी चक के तार दो, फिर 4 ਤੋਂ 4 नहीं मिलने हैगे, ठीक है। तो हुण तक अपने मतलब कि ਜਿਹੜੇ ਬੱਚਿਆਂ ਦਾ ਆਪਾਂ ਪਾਸਿੰਗ ਫਾਰਮੂਲਾ ਵੀ ਨਾਲ ਦੀ ਨਾਲ ਦੱਸ ਰਹੇ, ਇਹ ਤਾਂ ਨਾਲ ਦੀ ਨਾਲ ਹੈ ਕਿ ਤੁਸੀਂ ਵਧੀਆ ਪੇਪਰ ਕਿਵੇਂ ਅਟੈਂਪਟ ਕਰਨਾ, ਤੇ ਇਹ 16 ਚੋਂ 16 ਲੈਣੇ ਨੇ, ਠੀਕ ਹੈ। ਹੁਣ ਜਿਹੜੇ ਬੱਚੇ मतलब कि जिन्हें ਵੀਕ ਨੇ ਥੋੜਾ, ਉਹਨਾਂ ਨੂੰ ਨਹੀਂ ਐਵੇਂ ਕਰਨਾ ਆ ਰਿਹਾ, ਉਹ ਆਪਦੀ ਹੈਂਡਰਾਈਟਿੰਗ ਗੁੱਡ ਰੱਖਣ। ਪੇਪਰ ਡਨ ਕਰਨ ਤੋਂ ਬਾਅਦ ਅੰਡਰਲਾਈਨ ਜ਼ਰੂਰ ਕਰਨੀ, मतलब कि ਅੰਡਰਲਾਈਨ ਹਰ ਇੱਕ ਸੈਕਸ਼ਨ ਜ਼ਰੂਰ ਕਰਨਾ, ਤੇ ਕੰਪਲੀਟ ਹੋਣ ਤੋਂ ਬਾਅਦ ਲਾਈਨਾਂ ਜ਼ਰੂਰ ਲਗਾਉਣੀਆਂ। ਦੇਖੋ ਜਿਵੇਂ ਮੈਂ ਤੁਹਾਨੂੰ ਇਹ ਫਾਰਮੈਟ ਸਾਰਾ ਤਾਂ ਹੀ ਦੱਸਿਆ ਲਿਖ ਕੇ ਕਿ ਤੁਸੀਂ ਪੈਨਸਲ ਤੇ ਸਕੇਲ ਨਾਲ ਲਾਈਨਾਂ ਲਗਾਉਣੀਆਂ ਨੇ, ਪੈਨ ਨਾਲ ਲਾਈਨਾਂ ਨਹੀਂ ਲਗਾਉਣੀਆਂ, ਪੈਨਸਲ ਤੇ ਸਕੇਲ ਦੇ ਨਾਲ ਲਾਈਨਾਂ ਲਗਾਉਣੀਆਂ ਨੇ। ਦੇਖੋ ਐਵੇਂ ਰੱਖ ਕੇ ਦੋ ਲਾਈਨਾਂ ਵੀ ਲਗਾ ਸਕਦੇ ਹੋ, ਕਿੰਨੇ ਸੋਹਣੇ ਲੱਗਦੇ ਨੇ, ਠੀਕ ਹੈ। ਐਵੇਂ ਲਾਈਨਾਂ ਲਗਾਉਣੀਆਂ ਨੇ, मतलब कि ਤੁਹਾਡੇ 5 ਨੰਬਰ ਹੈਂਡ ਰਾਈਟਿੰਗ 'ਚੋਂ ਜਾਣ, ਤੇ ਪੈਰੇ ਦੇ ਵਿੱਚੋਂ ਦੋਨਾਂ ਪੈਰਿਆਂ ਦੇ ਵਿੱਚੋਂ 16 ਅੰਕਾਂ ਦੇ 16 ਅੰਕਾਂ ਨਾਲ, ਅਗਰ ਨਹੀਂ ਆ ਰਹੇ ਤਾਂ 10 ਵੀ ਇੱਥੇ ਆ ਗਏ, ਤੁਹਾਡੇ 15 ਇੱਥੇ ਹੀ ਬਣ ਗਏ, ਤੇ 4 ਪ੍ਰੈਸ 'ਚ ਬਣ ਗਏ, ਹੈ ਨਾ। ਤਾਂ ਕਿੰਨੇ ਹੋ ਗਏ ਇੱਥੇ 19 ਮਾਰਕਸ ਹੋ ਗਏ, ਇੱਥੇ 19 ਮਾਰਕਸ ਹੋ ਗਏ, ਤਾਂ ਪਿੱਛੇ ਕਿੰਨੇ ਰਹਿ ਗਏ 7 ਰਹਿ ਗਏ। ਹੁਣ 7 ਤਾਂ ਤੁਹਾਨੂੰ ਪੇਪਰ 'ਚ ਆਉਣਗੇ, ਆਪਾਂ ਕਿੰਨਾ ਕੁਛ ਹਜੇ ਕਰਨਾ, ਹੈ ਨਾ। ਤਾਂ ਪਾਸਿੰਗ ਮਾਰਕਸ ਤੁਸੀਂ ਐਨ ਵਧੀਆ ਨੰਬਰ ਲੈ ਸਕਦੇ ਹੋ, 26 ਅੰਕ ਪਾਸ ਹੋਣ ਲਈ ਚਾਹੀਦੇ ਨੇ। ਤੇ ਜਿਨ੍ਹਾਂ ਦਾ ਟਾਰਗੇਟ 80 ਚੋਂ 80 ਹੈ ਉਹ ਵੀ ਧਿਆਨ ਰੱਖਣ, ਜਿਵੇਂ ਤੁਹਾਨੂੰ ਦੱਸੇ ਰਹੀ ਹਾਂ ਕਿ ਐਮ ਪੇਪਰ ਅਟੈਂਪਟ ਕਰਨਾ। देखो जिमें तुहाडे क्वेश्चन पेपर ते जिहड़ा क्वेश्चन पेपर ते तुहाडा नंबर होगा उही पाउणा होगा, ठीक है। जिमें क्वेश्चन पेपर ते नंबर 3 आ, नंबर 3 ते अटैम्प्ट एनी 1 की है लैटर। हुण इहनूं किवें लिखोगे, जो भी तुसीं लैटर लिखोगे जां एप्लीकेशन लिखोगे, इहदे लई तुसीं पहला तां देखो मैं तुहानूं दिखा देनी है फॉर्मैट। सपोज तुसीं एप्लीकेशन चूज़ की है, जो भी तुहानूं पेपर च आया, तुसीं एप्लीकेशन चूज़ की है जां लैटर चूज़ किया, इहनूं लिखोगे नंबर 3 पा के एप्लीकेशन फॉर रिमिशन ऑफ फाइन ये चूज़ की है, जिहड़ी भी तुहानूं पेपर चाहिए। जे तुहानूं लैटर आई है फिर इत्थे लिख दोगे लैटर जिहड़ी भी है, लैटर पा के जिवें लाउड स्पीकर आ, कुछ भी है ना, लाउड स्पीकर आ, ईवल ऑफ बैगिंग आ, जिहड़ी भी आ, उहनूं उदों सिर्फ उहदे हैडिंग लिख दिओ, ठीक है। फिर इहनूं लिखना किवें है, सारा कुछ ਇਹਦਾ ਜਿਹੜਾ ਐਡਰੈਸ ਹੈ ਉੱਪਰ ਦਿੱਤਾ ਹੋਊਗਾ ਉਹਨੂੰ ਹੀ ਧਿਆਨ ਨਾਲ ਲਿਖਣਾ। ਜਿੱਥੇ ਲਿਖਿਆ ਹੋਊਗਾ ਯੂ ਆਰ ਕੀ ਹੋਊਗਾ ਤੁਹਾਡਾ ਨਾਮ। ਤੁਸੀਂ ਐਂਡ ਦੇ ਵਿੱਚ ਜਿਹੜਾ ਤੁਸੀਂ ਇਹ ਸਾਰਾ ਫਾਰਮੈਟਾਂ ਨਾਲੇ ਇਹਦਾ ਖੱਬੇ ਪਾਸੇ ਹੈ, ਲੈਫਟ ਸਾਈਡ ਤੇ ਹੈ ਇੰਗਲਿਸ਼ ਦੇ ਵਿੱਚ ਲੈਟਰ, ਜਾਂ ਤੁਸੀਂ ਕਰ ਰਹੇ ਹੋ ਐਪਲੀਕੇਸ਼ਨ ਲੈਟਰ ਜਾਂ ਐਡੀਟਰ ਵਾਲੀਆਂ ਜਾਂ ਜਿਹੜੇ ਕਿ ਫਾਰਮਲ ਲੈਟਰ ਜੋ ਵੀ ਕਰ ਰਹੇ ਹੋ, ਸਾਰਾ ਤੁਸੀਂ ਐਡਰੈਸ ਜਿਸ ਨੂੰ ਭੇਜਣੀ ਆ ਆਪਣਾ ਐਡਰੈਸ ਤੇ ਯੂਅਰਸ ਫੇਥਫੁਲੀ ਲਿਖਣਾ। ਇਹ ਸਾਰਾ ਕੁਝ ਕਿਹੜੇ ਪਾਸੇ ਆ, ਖੱਬੇ ਪਾਸੇ ਆ, ਸੱਜੇ ਪਾਸੇ ਕੁਝ ਨਹੀਂ ਹੈ, ठीक है। जिवें तुहाडी जिहड़ी आ आंसर शीट होगी तां सारा तुसीं इधरली साइड ही लिखना। ਇਹਦੇ ਵਿੱਚ ਪਹਿਲਾਂ ਆਪਣਾ ਐਡਰੈਸ ਉੱਥੇ ਜੋ ਵੀ ਦਿੱਤਾ ਹੋਊਗਾ, ਦੈਨ ਉਸ ਤੋਂ ਬਾਅਦ ਜਿਸ ਨੂੰ ਲਿਖਣੀ ਹੈ, ਜਿਵੇਂ ਹੁਣ ਤਾਂ ਪ੍ਰਿੰਸੀਪਲ ਨੂੰ ਲਿਖਾਂਗੇ ਆਪਾਂ, ਦਾ ਪ੍ਰਿੰਸੀਪਲ ਸਕੂਲ ਦਾ ਸੀਨੀਅਰ ਸੈਕੰਡਰੀ ਸਕੂਲ ਉੱਥੇ ਲਿਖਿਆ ਵਾ ਹੀ ਹੋਊਗਾ ਕਿਹੜਾ, ਦੈਨ ਉਸ ਤੋਂ ਬਾਅਦ ਡਿਸਟ੍ਰਿਕਟ। ਅਗਰ ਨਹੀਂ ਲਿਖਿਆ ਹੋਇਆ ਤੁਹਾਡਾ ਉੱਥੇ ਐਡਰੈਸ ਫਿਰ 99% ਤੱਕ ਹੀ ਲਿਖਿਆ ਵਾ ਹੋਊਗਾ, ਨਹੀਂ ਫਿਰ ਤੁਸੀਂ ਐਗਜ਼ਾਮੀਨੇਸ਼ਨ ਹਾਲ ਡੈਸ਼ ਸਿਟੀ फिर अगे डेट एवं पा देना। फिर सबजैक्ट लिखना जरूरी है, सबजैक्ट जरूर लिखना कि इस बारे लिख रहे हो तुसी। फिर रिस्पैक्टेड सर जां मैम ये जरूर लिखना। फिर अगे तुहाडी जिहड़ी भी तुसी जो भी देना चाहुंदे हो वेरवा, वो वेरवा दे के एंड च यूअर्स फेथफुली ये भी सारा जिहड़े कि सज्जे पासे खब्बे पासे ही होना चाहिए, सज्जे पासे तुहाडा कुछ नहीं होना चाहिए, सज्जे पासे कुछ नहीं होना चाहिए। इत्थों ही स्टार्ट करना, सिरे तो ही, मेरे तो थोड़ा इधर होया होया, सिरे तो ही स्टार्ट करना इत्थों ही, ठीक है। यूअर्स ओविडेंटली ਜਾਂ यूअर्स फेथफुली, अगे नेम्स जिमें जो ਦਿੱਤਾ ਹੋਊਗਾ ਉਹੀ ਲਿਖਣਾ ਸਰਿਤਾ। ਤੇ ਇਹਦੇ ਵਿੱਚ ਐਪਲੀਕੇਸ਼ਨ ਨੂੰ ਲਿਖਣ ਦੇ ਹੀ ਢੰਗ ਦੇ ਤੁਹਾਨੂੰ 5 ਚੋਂ 5 ਮਿਲ ਜਾਣਗੇ। ਬੇਸ਼ੱਕ ਥੋੜਾ ਲਿਖਿਆ ਹੋਇਆ, ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਨੂੰ 2 ਪੇਜਾਂ ਦੇ ਲਿਖੋ, ਠੀਕ ਆ, ਨੋ ਕੋਈ ਨੀਡ ਨਹੀਂ ਹੈਗੀ। ਤੁਸੀਂ ਬੇਸ਼ੱਕ ਇਹਨੂੰ 1 ਪੇਜ ਤੇ ਕੰਪਲੀਟ ਕਰ ਦਿਓ। ਉਹਨੂੰ ਕਰਨ ਦਾ ਢੰਗ ਹੋਣਾ ਚਾਹੀਦਾ ਕਿ ਉਹਦੇ ਵਿੱਚ ਐਡਰੈਸ ਸਹੀ ਦਿੱਤਾ ਹੋਇਆ, ਜੋ ਉੱਥੇ ਦਿੱਤਾ ਹੋਇਆ ਕਿ ਉਹਨੂੰ ਤੁਸੀਂ ਸੱਜੇ ਪਾਸੇ ਤਾਂ ਲੈ ਖੱਬੇ ਪਾਸੇ ਹੀ ਦਿੱਤਾ ਹੋਇਆ ਸਾਰਾ। ਤੇ ਇਹਦੇ ਵਿੱਚ ਪੈਰਾ ਵੀ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਸੱਜੇ ਪਾਸੇ ਖੱਬੇ ਪਾਸੇ ਹੀ ਸਟਾਰਟ ਹੁੰਦਾ, ਸੱਜੇ ਪਾਸਿਓਂ ਨਹੀਂ, ਠੀਕ ਆ, ਸੱਜੇ ਪਾਸਿਓਂ ਨਹੀਂ ਖੱਬੇ ਪਾਸੇ ਹੀ ਸਟਾਰਟ ਕਰਨਾ ਹੁੰਦਾ ਪੈਰਾ। ਅਗਰ ਦੈਨ ਇਹਦਾ 1 ਨੰਬਰ ਤੇ ਵਿੱਚੋਂ ਦੇ 3 ਤੇ ਲਾਸਟ ਦੇ ਵਿੱਚ ਯੂਅਰਸ ਫੇਥਫੁਲੀ ਥੈਂਕਿੰਗ, ਇਹ ਪਹਿਲਾਂ ਥੈਂਕਿੰਗ ਯੂ ਆਊਗਾ ਫਿਰ ਫੇਥਫੁਲੀ ਆਊਗਾ, ਠੀਕ ਹੈ। ਜਾਂ ਟਰੂਲੀ ਲਿਖ ਸਕਦੇ ਹੋ, ਟਰੂਲੀ। ਐਪਲੀਕੇਸ਼ਨਸ
ਜੇ ਤੁਸੀਂ ਫੇਥਫੁਲੀ ਵੀ ਲਿਖ ਸਕਦੇ ਹੋ ਤਾਂ ਓਬੀਡੈਂਟਲੀ ਵੀ ਲਿਖ ਸਕਦੇ ਹੋ ਜਿਹੜੇ ਐਪਲੀਕੇਸ਼ਨਸ ਨੇ। ਇਸ ਤੋਂ ਇਲਾਵਾ ਇਹਨੂੰ ਕਰਨ ਦੇ ਢੰਗ ਤੋਂ ਇਲਾਵਾ ਅਗਰ ਤੁਹਾਨੂੰ ਕੁਝ ਵੀ ਨਹੀਂ, ਸਪੋਜ਼ ਤੁਹਾਡੇ ਲੈਟਰ ਯਾਦ ਹੀ ਨਹੀਂ ਹੋਈ, ਫਿਰ ਤੁਸੀਂ ਕਿਵੇਂ ਕਰਨਾ? ਹੁਣ ਜਿਹੜਾ ਆਪਾਂ ਨਾਲ ਦੀ ਨਾਲ ਕਿਉਂਕਿ ਪਾਸਿੰਗ ਫਾਰਮੂਲਾ ਵੀ ਡਿਸਕਸ ਕਰ ਰਹੇ ਹਾਂ, ਤੁਹਾਨੂੰ ਨਹੀਂ ਆਇਆ, ਫਿਰ ਤੁਸੀਂ ਕੀ ਕਰਨਾ? ਉੱਥੇ ਐਡਰੈਸ ਦਿੱਤਾ ਹੋਊਗਾ, ਉਹਨੂੰ ਐਡਰੈਸ ਨੂੰ ਸਭ ਤੋਂ ਪਹਿਲਾਂ ਆਪਦਾ ਐਡਰੈਸ ਉੱਥੇ ਲਿਖਿਆ ਹੋਊਗਾ ਯੂ ਲਿਵ ਐਟ, ਇੱਥੇ ਤੁਸੀਂ ਰਹਿ ਰਹੇ ਹੋ ਹੈ ਨਾ, ਯੂ ਲਿਵ ਐਟ, ਉਹ ਵਾਲਾ ਐਡਰੈਸ ਸਭ ਤੋਂ ਪਹਿਲਾਂ ਉੱਪਰ ਆਊਗਾ, ਸਭ ਤੋਂ ਪਹਿਲਾਂ ਉੱਪਰ ਆਊਗਾ। ਫਿਰ ਜਿਸ ਨੂੰ ਭੇਜਣੀ ਹੈ ਫਿਰ ਉਹ ਤੁਸੀਂ ਨੀਚੇ ਲਿਖਣਾ, ਪਹਿਲਾਂ ਆਪਣਾ ਐਡਰੈਸ, ਫਿਰ ਜਿਸ ਨੂੰ ਭੇਜਣੀ ਆ ਉਹਦਾ ਐਡਰੈਸ, ਨਹੀਂ ਉਹਦਾ ਡੈਜ਼ਿਗਨੇਸ਼ਨ ਹੋਊਗਾ ਜੋ ਵੀ। ਅਗਰ ਨਿਊਜ਼ਪੇਪਰ ਨੂੰ ਲਿਖਣੀ ਆ ਤਾਂ ਨਿਊਜ਼ਪੇਪਰ ਦੇ ਵਿੱਚ ਦਾ ਐਡੀਟਰ, ਦਾ ਟ੍ਰਿਬਿਊਨ ਚੰਡੀਗੜ੍ਹ, ਫਿਰ ਸਬਜੈਕਟ ਜੋ ਵੀ ਉੱਥੇ ਹੋਊਗਾ, ਠੀਕ ਹੈ, ਉਹ ਸਬਜੈਕਟ ਲਿਖਣਾ। ਸਬਜੈਕਟ ਤੋਂ ਬਾਅਦ ਫਿਰ ਸਰ ਜਾਂ ਮੈਮ ਜੋ ਵੀ ਹੋਊਗਾ। ਅਗਰ ਨਿਊਜ਼ਪੇਪਰ ਵਾਲੀ ਆ ਰਹੀ ਆ, ਨਿਊਜ਼ਪੇਪਰ ਜਿਹਦੇ ਵਿੱਚ ਤਾਂ ਈਵਲ ਬੈਗਿੰਗ ਹੋ ਗਈ ਹੈ ਨਾ, ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਈਵਲ ਆਫ ਬੈਗਿੰਗ ਹੋ ਗਈ, ਰੈਕਲੈਸ ਡਰਾਈਵਿੰਗ ਹੋ ਗਈ, ਲਾਊਡ ਸਪੀਕਰ ਵਾਲੇ ਹੋ ਗਏ, ਇਹ ਸਾਰੇ ਨਿਊਜ਼ਪੇਪਰ 'ਚ ਜਾਣਗੀਆਂ। ਤਾਂ ਇਹਦੇ ਵਿੱਚ ਨਿਊਜ਼ਪੇਪਰਾਂ ਵਾਲੀ ਦੇ ਵਿੱਚੋਂ ਤੁਸੀਂ ਮਤਲਬ ਕਿ ਤੁਸੀਂ ਕੁਝ ਵੀ ਅਗਰ ਤੁਸੀਂ ਯਾਦ ਨਹੀਂ ਕੀਤਾ ਹੋਇਆ ਤਾਂ ਨਿਊਜ਼ਪੇਪਰ ਵਾਲੀ ਜ਼ਰੂਰ ਛੇੜ ਲਿਓ ਉੱਥੇ ਅਗਰ ਆਈ ਵੀ ਹੋਈ ਤਾਂ। ਥਰੂ ਯੂਅਰ ਨਿਊਜ਼ਪੇਪਰ ਆਈ ਵਾਂਟ ਟੂ ਸ਼ੇਅਰ ਮਾਈ ਆਈਡੀਆਜ਼ ਜਾਂ ਵਿਊਜ਼, ਠੀਕ ਹੈ। ਅਗਰ ਨਿਊਜ਼ਪੇਪਰ ਵਾਲੀ ਨਹੀਂ ਹੈਗੀ ਤਾਂ ਹੋਰ ਕੋਈ ਆ, ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਆਪਣਾ ਐਡਰੈਸ, ਫਿਰ ਜਿਸ ਨੂੰ ਭੇਜਣੀ ਆ, ਫਿਰ ਉਹਦੇ ਵਿੱਚ ਸਿੱਧਾ ਹੀ ਲਿਖ ਸਕਦੇ ਹੋ ਆਈ ਵਾਂਟ ਟੂ ਡਰੋ ਯੂਅਰ ਅਟੈਂਸ਼ਨ, ਆਈ ਵਾਂਟ ਟੂ ਵਾਟ ਯੂਅਰ ਅਟੈਂਸ਼ਨ, ਜਾਂ ਆਈ ਵਾਂਟ ਟੂ ਸ਼ੇਅਰ ਮਾਈ ਵਿਊਜ਼ ਵਿਦ ਯੂ, ਠੀਕ ਹੈ। ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਨਾ ਚਾਹੁੰਦੇ ਹਾਂ। ਇਹ ਜੋ ਮੈਂ ਦੱਸ ਰਹੀ ਉਹਨੂੰ ਧਿਆਨ ਦੇ ਨਾਲ ਯਾਦ ਰੱਖੋ। ਦੈਨ ਇਟ ਇਜ਼ ਅ ਬਿਗ ਪ੍ਰੋਬਲਮ, ਕੋਈ ਵੀ ਪ੍ਰੋਬਲਮ ਬਾਰੇ ਇਟ ਇਜ਼ ਇਨਕਰੀਜ਼ ਡੇ ਬਾਏ ਡੇ। ਇਹ ਲਾਈਨਾਂ ਤੁਸੀਂ ਲਾਸਟ ਵਾਲੀਆਂ ਇਹ ਲਾਈਨਾਂ ਯਾਦ ਕਰ ਸਕਦੇ ਹੋ ਕਿ ਇਹਦਾ ਅਰਜੈਂਟ ਸੋਲੂਸ਼ਨ ਚਾਹੀਦਾ, ਗਵਰਨਮੈਂਟ ਨੂੰ ਕੁਝ ਕਾਨੂੰਨ ਬਣਾਉਣੇ ਚਾਹੀਦੇ ਨੇ। ਕਾਈਂਡਲੀ ਪਬਲਿਸ਼ ਮਾਈ ਵਿਊਜ਼ ਇਨ ਯੂਅਰ ਨਿਊਜ਼ਪੇਪਰ, ਅੱਗੇ ਯੂਅਰਸ ਫੇਥਫੁਲੀ ਜਾਂ ਟਰੂਲੀ ਨੇਮ। ਹਾਂਜੀ, ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਕਿ 80 ਚੋਂ 80 ਲੈਣ ਵਾਸਤੇ ਵੀ ਕਿਵੇਂ ਤੁਸੀਂ ਆਪਣਾ ਸਾਰਾ ਹੈ ਨਾ ਲੈਟਰ ਲਿਖਣੀ ਆ। ਉਹਦੇ ਲਈ ਤੁਸੀਂ ਅਗਰ ਤੁਸੀਂ ਵੱਧ ਤੋਂ ਵੱਧ ਲੈਟਰ ਯਾਦ ਕੀਤੀ ਹੋਈ ਹੈ ਤਾਂ ਤੁਸੀਂ ਇਹਨੂੰ ਕਿੱਥੋਂ ਤੱਕ ਲੈ ਕੇ ਜਾ ਸਕਦੇ। ਇਹ ਤੁਹਾਡੀ ਜਿਵੇਂ ਹੁਣ ਕਿਉਂਕਿ ਇਹਦੇ ਵਿੱਚ ਜਿਵੇਂ ਪੰਜਾਬੀ 'ਚ ਵੀ ਆਪਾਂ ਨੇ 1.5 ਪੇਜ ਤੱਕ ਆਰਾਮ ਨਾਲ ਜਾ ਗਈ ਆ ਹੈ ਨਾ, ਕਿਉਂਕਿ ਉਹਦੇ ਵਿੱਚ ਪਹਿਲਾਂ ਤੁਸੀਂ ਆਪਣਾ ਐਡਰੈਸ ਲਿਖਣਾ, ਫਿਰ ਜਿਸ ਨੂੰ ਭੇਜਣਾ ਉਹ ਲਿਖਣਾ, ਫਿਰ ਸਬਜੈਕਟ ਵੀ ਮੈਂਸ਼ਨ ਕਰਨਾ, ਫਿਰ ਰਿਸਪੈਕਟਡ ਉਹ ਵੀ ਡੈਜ਼ਿਗਨੇਸ਼ਨ ਵੀ ਦੇਣਾ, ਫਿਰ ਤੁਸੀਂ ਅੱਗੇ ਫਾਰਮੈਟ ਦੇਣਾ। ਅਤੇ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਕਿ ਸ਼ੀਟ ਆ ਤੁਹਾਡੀ ਆਨਸਰ ਸ਼ੀਟ ਆ ਉਹ ਲੰਬਾਈ 'ਚ ਘੱਟੇ ਹੁੰਦੀ ਆ, ਠੀਕ ਹੈ। ਤਾਂ ਉਹਦਾ ਮਤਲਬ ਕਿ ਆਰਾਮ ਨਾਲ ਤੁਹਾਡਾ 1 ਪੇਜ ਤੋਂ ਵੱਧ ਪੇਜ 'ਤੇ ਲੈ ਕੇ ਜਾ ਸਕਦੇ ਹੋ। 1 ਪੇਜ ਤੋਂ ਵੱਧ ਪੇਜ ਮਤਲਬ ਕਿ 1.5 ਪੇਜ ਤੱਕ, ਬਸ ਇਹ ਨਾ ਹੋਵੇ ਤੁਸੀਂ 2-2.5 ਪੇਜਾਂ ਦੀ ਬਣਾਈ ਜਾਓ ਐਵੇਂ ਨਹੀਂ, ਠੀਕ ਹੈ। 1 ਪੇਜ 'ਤੇ ਵੀ ਤੁਹਾਡੀ ਆ ਰਹੀ ਆ ਤਾਂ ਵੀ ਤੁਹਾਨੂੰ 5 ਚੋਂ 5 ਆਉਣਗੇ, ਠੀਕ ਹੈ। ਮਤਲਬ ਕਿ ਕੀ ਨਹੀਂ ਹੋਣਾ ਚਾਹੀਦਾ, ਮਿਸਟੇਕ ਨਹੀਂ ਹੋਣੀ ਚਾਹੀਦੀਆਂ, ਓਵਰ ਕਟਿੰਗ ਨਹੀਂ ਹੋਣੀ ਚਾਹੀਦੀ, ਓਵਰ ਰਾਈਟਿੰਗ ਨਹੀਂ ਹੋਣੀ ਚਾਹੀਦੀ, ਠੀਕ ਹੈ। ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਐਨ ਵਧੀਆ ਨੀਟ ਐਂਡ ਕਲੀਨ ਹੋਣੀ ਚਾਹੀਦੀ ਹੈ ਤਾਂ 5 ਚੋਂ 5 ਮਿਲਣਗੇ। ਸਾਰਾ ਕੁਛ ਐਡਰੈਸ ਵਗੈਰਾ ਐਨ ਸਾਰਾ ਕੁਛ ਵਧੀਆ ਲਿਖਿਆ ਹੋਇਆ। ਜ਼ਰੂਰੀ ਨਹੀਂ ਹੈ ਕਿ ਜਿਹੜਾ ਤੁਸੀਂ ਵਿੱਚ ਫਾਰਮੈਟ ਦੇਣਾ ਉਹ ਜ਼ਿਆਦਾ ਹੀ ਹੋਵੇ, ਥੋੜਾ ਵੀ ਹੋਵੇ ਉਹ ਵੀ ਚੱਲ ਜੂਗਾ, ਮਤਲਬ ਕਿ 1 ਪੇਜ ਦੀ ਵੀ ਚੱਲ ਜੂਗੀ, ਠੀਕ ਹੈ। ਜਿਨ੍ਹਾਂ ਨੂੰ ਐਨ ਵਧੀਆ ਜ਼ਿਆਦਾ ਉਹ 1 ਪੇਜ ਤੱਕ 1 ਤੋਂ ਅੱਧੇ ਥੋੜ੍ਹੇ ਜਿਹਾ ਵੱਧ ਲੈ ਕੇ ਜਾ ਸਕਦੇ ਨੇ, ਕਿਉਂਕਿ ਐਡਰੈਸ ਵਗੈਰਾ ਜੋ ਲਿਖੋਗੇ ਆਟੋਮੈਟਿਕਲ ਤੁਹਾਡੀ ਵਧੂਗੀ ਹੋਈ ਉਹ 5 ਚੋਂ 5 ਆਉਣਗੇ। ਹਾਂ, ਜਿਨ੍ਹਾਂ ਦੇ ਨਹੀਂ ਯਾਦ ਹੈਗਾ ਉਹ ਪਹਿਲਾਂ ਆਪਣਾ ਐਡਰੈਸ, ਫਿਰ ਜਿਸ ਨੂੰ ਭੇਜਣੀ ਉਸ ਦਾ ਐਡਰੈਸ, ਜਿਵੇਂ ਇੱਥੇ ਲਿਖਿਆ ਹੋਇਆ ਯੂ ਆਰ ਮੀਨਾ ਯੂ ਲਿਵ ਐਟ, ਪਹਿਲਾਂ ਤੁਸੀਂ ਇਹ ਵਾਲਾ ਯੂ ਲਿਵ ਐਟ ਵਾਲਾ ਆਊਗਾ 209 ਸੈਕਟਰ 69 ਮੋਹਾਲੀ, ਪਹਿਲਾਂ ਹੀ ਲਿਖ ਕੇ ਖੱਬੇ ਪਾਸੇ, ਫਿਰ ਜਿਹੜੇ ਕਿ ਉਸ ਤੋਂ ਬਾਅਦ ਕਿਹਨੂੰ ਲਿਖਣੀ ਆ, ਟੂ ਦਾ ਡਿਪਟੀ ਕਮਿਸ਼ਨਰ ਕਿੱਥੇ ਦਾ ਆਪਣੇ ਸ਼ਹਿਰ ਦੇ ਲਿਖਣਾ, ਮੋਹਾਲੀ ਆ ਜਾਊਗਾ। ਫਿਰ ਅੱਗੇ ਸਬਜੈਕਟ, ਫਿਰ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਲਿਖਣੀਆਂ ਨੇ। ਫਿਰ ਇਹਦੇ ਵਿੱਚੋਂ ਵੀ ਤੁਹਾਨੂੰ ਮਤਲਬ ਕਿ ਐਪਲੀਕੇਸ਼ਨ 'ਚੋਂ ਲੈਟਰ 'ਚੋਂ ਜੋ ਵੀ ਤੁਹਾਨੂੰ ਆਊਗਾ ਉਹ 'ਚੋਂ ਤੁਹਾਡੇ 2 ਮਾਰਕਸ ਪੱਕੇ ਆਉਣ, ਜਿਨ੍ਹਾਂ ਨੇ ਕੁਝ ਵੀ ਯਾਦ ਨਹੀਂ ਹੈ, ਜਿਨ੍ਹਾਂ ਨੇ ਪਾਸਿੰਗ ਫਾਰਮੂਲਾ ਕਰਨਾ। ਤਾਂ ਹੁਣ ਤੱਕ ਡਿਸਕਸ ਕਰਦੇ ਹਾਂ ਕਿ ਜਿਨ੍ਹਾਂ ਦਾ ਪਾਸਿੰਗ ਫਾਰਮੂਲਾ ਆਪਾਂ ਦੱਸ ਰਹੇ ਹਾਂ ਕਿ 5 ਅੰਕ ਉਹਨਾਂ ਦੇ ਗੁੱਡ ਹੈਂਡ ਰਾਈਟਿੰਗ 'ਚੋਂ ਆਉਣ, ਅਤੇ ਪੈਸਿਸ ਦੇ ਵਿੱਚੋਂ 16 ਦੇ ਵਿੱਚੋਂ ਘੱਟੋ ਘੱਟ ਐਨ ਧਿਆਨ ਦੇ ਨਾਲ ਕਰਨ, 10 ਪੱਕੇ ਆਉਣ ਤਾਂ 15 ਇੱਥੇ ਹੋ ਗਏ, ਅਤੇ ਪ੍ਰੈਸੀ ਦੇ ਵਿੱਚੋਂ 4 ਚੋਂ 4 ਆਉਣ, 19 ਹੋ ਗਏ ਇੱਥੇ। ਉਸ ਤੋਂ ਬਾਅਦ ਲੈਟਰ 'ਚੋਂ 2 ਆਉਣ ਐਨ ਚੰਗੇ ਤਰੀਕੇ ਨਾਲ ਤਾਂ 21 ਹੋ ਗਏ ਇੱਥੇ। ਉਸ ਤੋਂ ਬਾਅਦ ਤੁਹਾਨੂੰ ਮੈਂ ਆਪਣਾ ਜਿਹੜੇ ਕੀ ਹੈ ਅੱਗੇ ਈਮੇਲ, ਹੁਣ ਈਮੇਲ 'ਚੋਂ ਤੁਹਾਡੇ 3 ਚੋਂ 3 ਆਉਣ, 21 ਦੇ 3 ਇੱਥੇ ਹੀ ਹੋ ਗਏ ਤੁਹਾਡੇ 24, ਠੀਕ ਹੈ। ਇਹ ਈਮੇਲ ਤੁਸੀਂ ਕਿਵੇਂ ਕਰਨਾ, ਜਿਨ੍ਹਾਂ ਦਾ ਟਾਰਗੇਟ 80 ਚੋਂ 80 ਉਹ ਵੀ ਐਨ ਨੀਟ ਐਂਡ ਕਲੀਨ, ਦੇਖੋ ਜਿਵੇਂ ਮੈਂ ਫਾਰਮੈਟ ਬਣਾਇਆ ਐਵੇਂ ਤੁਸੀਂ ਐਗਜ਼ਾਮ ਦੇ ਵਿੱਚ ਫਾਰਮੈਟ ਬਣਾਉਣਾ, ਠੀਕ ਹੈ। ਐਨ ਵਧੀਆ ਸੋਹਣਾ ਲੱਗੇ, ਖੁੱਲ੍ਹਾ ਲਿਖਣਾ, ਚਾਹੇ 1 ਪੇਜ ਲੱਗ ਜਾਏ ਤੁਹਾਡਾ, ਜਿੰਨਾ ਮਰਜ਼ੀ ਲੱਗੇ, ਠੀਕ ਹੈ, ਜਿੰਨਾ ਮਰਜ਼ੀ ਲੱਗੇ, ਪੇਜ ਦੀ ਨਹੀਂ ਉਹ ਟੈਨਸ਼ਨ ਕਰਨੀ ਹੈਗੀ। ਅਤੇ ਇੱਕ ਇਹਦੇ ਵਿੱਚ ਈਮੇਲ ਪਹਿਲਾਂ ਜਿਹੜਾ ਲਿਖੋਗੇ ਉਹਦਾ, ਫਿਰ ਟੂ ਜਿਸ ਨੂੰ ਭੇਜਣਾ ਉੱਥੇ ਲਿਖਿਆ ਹੋਊਗਾ ਵੀ ਯੂ ਆਰ ਏ, ਠੀਕ ਹੈ, ਫਿਰ ਉਹੀ ਲਿਖਣਾ, ਜਿਵੇਂ ਯੂ ਆਰ ਇਹ ਤੁਸੀਂ ਉਹ ਵੀ ਯੂ ਆਰ ਰੀਨਾ, ਜਿਵੇਂ ਤੁਸੀਂ ਰੀਨੋ
ਰੀਨਾ, ਤੁਹਾਡਾ ਨਾਮ ਰੀਨਾ, ਤਾਂ ਇੱਥੇ ਰੀਨਾ ਕੀ ਆਊਗਾ, ਫਰੋਮ ਦੇ ਵਿੱਚ ਨਾਮ ਆਊਗਾ। ਟੂ ਜਿਵੇਂ ਰਾਈਟ ਅ ਲੈਟਰ, ਰਾਈਟ ਅ ਈਮੇਲ ਟੂ ਯੂਅਰ ਫਰੈਂਡ ਮੋਹਨ, ਟੂ ਯੂਅਰ ਮੋਹਨ, ਫਰੈਂਡ ਮੋਹਨ ਆ ਤਾਂ ਟੂ ਦੇ ਵਿੱਚ ਕੀ ਆਊਗਾ, ਮੋਹਨ, ਮੋਹਨ @ ਬਾਰ-ਬਾਰ ਦੱਸ ਰਿਹਾ। ਟੂ ਦੇ ਵਿੱਚ ਜਿਸ ਨੂੰ ਭੇਜਣਾ, ਫਰੋਮ ਤੁਸੀਂ ਹੋਗੇ, ਡੇਟ ਮੈਂਸ਼ਨ ਕਰਨੀ ਹੈ ਜਿਵੇਂ ਅੱਜ ਦੀ ਉਹ ਕਰ ਦੋਗੇ, ਟਾਈਮ ਜੋ ਮਰਜ਼ੀ ਲਿਖੋ, ਸਬਜੈਕਟ ਜਿਸ ਬਾਰੇ ਵੀ ਹੈ, ਇਨਵੀਟੇਸ਼ਨ ਆ ਜੋ ਵੀ ਹੈ। ਫਿਰ ਜੇ ਸਰ ਜਾਂ ਮੈਮ ਨੂੰ ਹੈ ਤਾਂ ਸਰ ਜਾਂ ਮੈਮ, ਠੀਕ ਹੈ। ਅਗਰ ਫਰੈਂਡ ਨੂੰ ਆ ਜਾਂ ਮਦਰ ਨੂੰ ਹੈ, ਕਿਸੇ ਵੀ ਪਰਸਨਲ ਆਪਣੇ ਰਿਲੇਸ਼ਨ ਦੇ ਵਿੱਚ ਆ ਤਾਂ ਡੀਅਰ, ਡੀਅਰ ਪਾ ਕੇ, ਇੱਥੇ ਡੀਅਰ ਪਾ ਕੇ ਕਿਹਦਾ ਨੇਮ ਆਊਗਾ, ਜਿਹੜਾ ਤੁਸੀਂ ਟੂ ਦੇ ਵਿੱਚ ਲਿਖਿਆ, ਜਿਹੜਾ ਟੂ ਦੇ ਵਿੱਚ ਲਿਖਿਆ ਨਾ ਉਹ ਇੱਥੇ ਨਾਮ ਆਊਗਾ। ਫਿਰ ਤੁਸੀਂ ਅਗਰ ਤੁਹਾਨੂੰ ਨਹੀਂ ਵੀ ਆਉਂਦਾ ਤਾਂ ਜਿਹੜੀ ਵੀ ਉਹਦੇ ਵਿੱਚ ਲਾਈਨ ਆ ਉਹਨੂੰ ਹੀ ਘੁਮਾ ਦੇਣੀ ਆ। ਫਿਰ ਐਂਡ ਦੇ ਵਿੱਚ ਵਿਦ ਰਿਗਾਰਡ, ਵਿਦ ਰਿਗਾਰਡਸ ਜ਼ਰੂਰ ਲਿਖਣਾ। ਵਿਦ ਰਿਗਾਰਡਸ ਲਿਖਣ ਤੋਂ ਬਾਅਦ ਇੱਥੇ ਨੇਮ ਕਿਹਦਾ ਆਊਗਾ, ਨੀਚੇ ਫਰੋਮ ਵਾਲਾ, ਜਿੱਥੇ ਉੱਥੇ ਲਿਖਿਆ ਹੋਊਗਾ ਵੀ ਯੂ ਆਰ ਰੀਨਾ, ਜਿਵੇਂ ਆਪਾਂ ਲਿਖਿਆ ਸੀ ਨਾ ਵੀ ਯੂ ਆਰ ਰੀਨਾ, ਤਾਂ ਰੀਨਾ ਨੇਮ ਕਿੱਥੇ ਆਊਗਾ, ਨੀਚੇ ਵਿਦ ਰਿਗਾਰਡਸ, ਵਿਦ ਰਿਗਾਰਡਸ ਰੀਨਾ ਨਾਮ ਆਊਗਾ। ਦੁਬਾਰਾ ਫਿਰ ਤੋਂ ਰਿਪੀਟ ਕਰ ਰਹੀ ਹਾਂ। ਟੂ ਦੇ ਵਿੱਚ ਜਿਸ ਨੂੰ ਭੇਜਣਾ, ਫਰੋਮ ਤੁਸੀਂ ਹੋਗੇ, ਡੇਟ, ਟਾਈਮ, ਸਬਜੈਕਟ ਡੀਅਰ ਦੇ ਵਿੱਚ ਫਰੈਂਡ ਦਾ ਨੇਮ ਲਿਖਣਾ, ਡੀਅਰ ਪਾਉਣ ਤੋਂ ਬਾਅਦ ਫਿਰ ਵਿਦ ਰਿਗਾਰਡਸ ਤੁਹਾਡਾ ਨੇਮ। ਇਹਨੂੰ ਐਵੇਂ ਸੋਹਣਾ ਜਿਹਾ ਬਣਾਉਣਾ ਹੈ, ਠੀਕ ਹੈ, ਐਵੇਂ। ਫਿਰ ਸਾਰਾ ਐਵੇਂ ਬਾਕਸ ਬਣਾ ਕੇ ਫਿਰ ਸਾਰਾ ਡੱਬਾ ਬੰਦ ਕਰਨਾ, ਠੀਕ ਹੈ, ਐਵੇਂ। ਫਿਰ ਤੁਹਾਨੂੰ ਇਸ ਬਾਕਸ ਦੇ ਵਿੱਚੋਂ 3 ਚੋਂ 3 ਮਿਲਣਗੇ। ਜ਼ਰੂਰੀ ਹੈ ਕਿ ਤੁਸੀਂ ਬਹੁਤ ਵੱਡਾ ਕਰਨਾ, ਇਹਦਾ ਸਟਾਈਲ ਹੀ ਡਿਪੈਂਡ ਕਰਦਾ ਮਾਰਕਸ 'ਤੇ। ਜਿਵੇਂ ਤੁਸੀਂ ਇਸੇ ਨੂੰ ਘੁਮਾਓ ਹੈ ਨਾ, ਤੁਹਾਡੇ ਫਰੈਂਡ ਦਾ ਨਾਮ ਇੱਥੇ ਦੱਸਿਆ ਹੋਇਆ ਸ਼ਾਮ ਆ, ਹੁਣ ਇੱਥੇ ਫਰੈਂਡ ਦਾ ਨਾਮ ਕੀ ਸੀ, ਸ਼ਾਮ, ਮਤਲਬ ਕਿ ਤੁਹਾਡਾ ਜਿਹੜਾ ਆਪਾਂ ਨੇ ਇੱਕ ਬਣਾਇਆ ਸੀ, ਇੱਕ ਟੂ ਇੱਕ ਫਰੋਮ, ਫਰੋਮ ਦੇ ਵਿੱਚ ਤੁਹਾਡਾ ਆਉਣਾ ਸੀ ਰਾਮ, ਯੂ ਆਰ ਰੋਸ਼ਨ, ਤਾਂ ਰੋਸ਼ਨ ਦੇ ਵਿੱਚ ਤੁਹਾਡਾ ਨਾਮ ਆਉਣਾ ਸੀ ਟੂ, ਟੂ ਤੁਹਾਡੇ ਫਰੈਂਡ ਦਾ ਨਾਮ ਸ਼ਾਮ, ਟੂ ਦੇ ਵਿੱਚ ਫਰੈਂਡ ਦਾ ਨਾਮ, ਤੇ ਫਰੋਮ ਦੇ ਵਿੱਚ ਇੱਥੇ ਜੋ ਦਿੱਤਾ ਹੋਇਆ ਵੀ ਯੂ ਆਰ ਰੋਸ਼ਨ। ਦੈਨ ਉਸ ਤੋਂ ਬਾਅਦ ਡੀਅਰ, ਡੀਅਰ ਦੇ ਵਿੱਚ ਵੀ ਕਿਹਦਾ ਆਊਗਾ, ਡੀਅਰ ਵੀ ਸ਼ਾਮ। ਐਂਡ ਦੇ ਵਿੱਚ ਵਿਦ ਰਿਗਾਰਡ ਤੋਂ ਬਾਅਦ ਨੀਚੇ ਕਿਹਦਾ ਹੋਣਾ ਸੀ, ਰੋਸ਼ਨ, ਠੀਕ ਹੈ। ਹੁਣ ਆਈ ਇਨਵਾਈਟ ਯੂ ਫੋਰ ਦਾ ਓਪਨਿੰਗ ਸੈਰੇਮਨੀ, ਯੂਅਰ ਦਾ ਕੀ ਬਣ ਜੂਗਾ, ਮਾਈ ਨਿਊ ਆਫਿਸ, ਇਹ ਵੀ ਲਿਖ ਦੋਗੇ, ਬਹੁਤ ਠੀਕ ਹੈ। ਪਲੀਜ਼ ਕਮ ਜ਼ਰੂਰ ਆਉਣਾ। ਅਗਰ ਤੁਸੀਂ ਲਿਖਣਾ ਵੀ ਇੱਥੇ ਕਰਵਾਏ ਹੋਏ ਨੇ, ਵੈਸੇ ਸਭ ਨੂੰ ਯਾਦ ਹੁੰਦੇ ਨੇ ਇਹ, ਮਤਲਬ ਕਿ ਇੱਥੋਂ ਤੁਹਾਡੇ ਕਿੰਨੇ ਮਾਰਕਸ ਬਣ ਗਏ ਸੀ, 24 ਬਣ ਗਏ ਸੀ, ਤੇ ਜਿਨ੍ਹਾਂ ਦੇ ਫੁੱਲ ਮਾਰਕਸ ਨੇ ਉਹ 'ਚੋਂ ਆਪਾਂ ਨੂੰ ਪਤਾ ਹੀ ਹੈ, ਠੀਕ ਹੈ। ਦੈਨ ਟਰਾਂਸਲੇਸ਼ਨ ਦੇ ਵਿੱਚੋਂ ਤੁਸੀਂ ਕੋਈ 2 ਉਹ ਕਰਨੇ ਨੇ ਜਿਹੜੇ ਚੰਗੇ ਤਰੀਕੇ ਨਾਲ ਆਉਣ, ਪਹਿਲਾਂ, ਠੀਕ ਹੈ। ਇਹਨੂੰ ਲਿਖੋਗੇ ਕਿਵੇਂ ਤੁਸੀਂ ਆਨਸਰ ਸ਼ੀਟ ਤੇ, ਨੰਬਰ 5th ਪਾ ਕੇ ਏ, ਟਰਾਂਸਲੇਸ਼ਨ ਇਨਟੂ ਪੰਜਾਬੀ, ਫਿਰ ਤੁਸੀਂ ਨੰਬਰ 1 ਪਾ ਕੇ ਉਹਦਾ ਆਨਸਰ ਲਿਖ ਸਕਦੇ ਹੋ, ਨੰਬਰ 2 ਪਾ ਕੇ ਲਿਖ ਸਕਦੇ ਹੋ, 3 ਪਾ ਕੇ। ਇਹ ਜ਼ਰੂਰ ਲਿਖਣਾ ਕਿ ਤੁਸੀਂ ਹੁਣ ਪੰਜਾਬੀ ਦੇ ਵਿੱਚ ਲਿਖ ਰਹੇ ਹੋ, ਠੀਕ ਹੈ। ਟਰਾਂਸਲੇਸ਼ਨ ਇਨਟੂ ਪੰਜਾਬੀ, ਫਿਰ ਇਹਦੇ ਵਿੱਚ ਟਰਾਂਸਲੇਸ਼ਨ ਇਨਟੂ ਇੰਗਲਿਸ਼, ਇਹ ਜ਼ਰੂਰ ਲਿਖਿਓ, ਠੀਕ ਹੈ। ਸੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਲਰਨ, ਵੈਸੇ ਤਾਂ ਤੁਸੀਂ ਯਾਦ ਕਰੋ ਕਿਉਂਕਿ ਇਹ ਇੰਪੋਰਟੈਂਟ ਹੀ ਆਉਂਦੀਆਂ ਨੇ, ਕਦੇ ਵੀ ਐਵੇਂ ਨਹੀਂ ਹੋਇਆ ਕਿ ਫਾਲਤੂ ਕਿਧਰੋਂ ਵੀ ਆ ਜਾਣ, ਇੰਪੋਰਟੈਂਟ ਆਉਂਦੀਆਂ ਹੁੰਦੀਆਂ ਨੇ। ਸੋ ਅਗਰ ਤੁਸੀਂ ਇਸ ਕੁਐਸਚਨ ਪੇਪਰ ਦਾ ਵੀ ਆਨਸਰ ਦੇਖਣਾ ਚਾਹੁੰਦੇ ਹੋ ਇਹ, ਠੀਕ ਹੈ, ਤੇ ਇਹ PSCB ਸਾਈਡ ਤੋਂ ਹੀ ਅਪਲੋਡ ਹੋਇਆ ਜਿਹੜਾ ਇਹ ਪਹਿਲਾਂ ਵਾਲਾ ਤੁਹਾਡੇ ਪ੍ਰੀ ਬੋਰਡ ਐਗਜ਼ਾਮ ਟਾਈਮ ਜਿਹੜਾ ਹੋਇਆ ਸੀ, ਠੀਕ ਹੈ। ਉਹਨਾਂ ਦੇ ਆਨਸਰਸ ਆਲਰੇਡੀ ਵੀਡੀਓ ਅਪਲੋਡ ਕੀਤੇ ਹੋਏ, ਇੱਥੇ ਤੁਸੀਂ ਦੇਖ ਸਕਦੇ ਹੋ। ਤਾਂ ਇਹਦੇ ਵਿੱਚ ਕੋਸ਼ਿਸ਼ ਕਰਨੀ ਹੈ ਜਿਨ੍ਹਾਂ ਦੇ ਫੁੱਲ ਮਾਰਕਸ 80 ਦਾ 80 ਟਾਰਗੇਟ ਆ, ਉਹ 'ਚੋਂ ਤੁਹਾਡੇ ਉਹਨਾਂ ਦੇ 4 ਚੋਂ 4 ਆਉਣ, ਕਿਉਂਕਿ 2 ਉੱਪਰੋਂ ਨੇ 2 ਨੀਚੇ, 4 ਚੋਂ 4 ਆਉਣ। ਕੋਈ ਵੀ ਸਿੰਗਲ ਮਿਸਟੇਕ ਨਹੀਂ ਕਰਨੀ ਹੈ, ਧਿਆਨ ਦੇ ਨਾਲ ਕਰਨਾ। ਸੋ ਜਿਨ੍ਹਾਂ ਦੇ ਨਹੀਂ, ਮਤਲਬ ਕਿ ਉਹ ਕੋਸ਼ਿਸ਼ ਕਰਨ ਕਿ ਤੁਹਾਡੇ 1 ਮਾਰਕਸ ਤਾਂ ਇੱਥੋਂ ਬਣੇ। ਦੈਨ ਨੰਬਰ 6 ਤੇ ਡੂ ਐਜ਼ ਡਾਇਰੈਕਟ, ਡਿਟਰਮੀਨਨ ਤੇ ਇਨਫਿਨਿਟਿਵ ਜੈਰੈਂਡ। ਹੁਣ ਜਿਹੜੇ ਬੱਚਿਆਂ ਦਾ 80 ਚੋਂ 80 ਟਾਰਗੇਟ ਆ, ਉਹ ਕੋਸ਼ਿਸ਼ ਇਹ ਕਰਨੀ ਹੈ ਕਿ ਇੱਕ ਵੀ ਮਿਸਟੇਕ ਇਹਦੇ ਵਿੱਚ ਨਾ ਜਾਵੇ, ਠੀਕ ਹੈ। ਸੋ ਇੱਕ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਹਿਲਾਂ ਜਿਹੜੇ ਅੱਜ ਮਾਰਨਿੰਗ ਬਣਾਏ ਸੀ ਆਪਾਂ ਨੇ ਕੰਪੈਰੀਜ਼ਨ, ਉਹਦੇ ਵਿੱਚ ਇੱਕ ਰੋਂਗ ਹੋ ਗਿਆ ਸੀ। ਤਾਂ ਕੰਪੈਰੀਜ਼ਨ ਆਪਣਾ ਇਹ ਸੀ, ਆਈ ਐਮ ਐਜ਼ ਸਟਰੋਂਗ ਐਜ਼ ਹੀ, ਠੀਕ ਹੈ। ਇਹਨੂੰ ਬਣਾਉਣਾ ਸੀ ਤਾਂ ਇਹਦਾ ਬਣਨਾ ਸੀ ਸਿਰਫ ਮੈਂ ਉੱਥੇ ਸਟਰੋਂਗ ਦਾ ਸਟਰੋਂਗ ਲਿਖਤਾ, ਸਟਰੋਂਗਰ ਬਣਾਉਣਾ ਸੀ, ਬਾਕੀ ਸਾਰਾ ਠੀਕ ਹੈ। ਹੀ ਇਜ਼ ਨੋਟ ਸਟਰੋਂਗਰ, ਮਤਲਬ ਕਿ ਇਹਦਾ ER ਲੱਗਣਾ ਸੀ, ਸਟਰੋਂਗਰ, ਕੰਪੈਰੀਜ਼ਨ ਡਿਗਨੀ, ਹੀ ਇਜ਼ ਨੋਟ ਸਟਰੋਂਗਰ ਦੈਨ ਆਈ, ਠੀਕ ਹੈ। ਕੋਈ ਵੀ ਮਿਸਟੇਕ ਨਹੀਂ ਹੋਣੀ ਚਾਹੀਦੀ ਜਿਨ੍ਹਾਂ 'ਚ 80 ਚੋਂ 80 ਟਾਰਗੇਟ ਆ, ਕੋਈ ਵੀ ਇੱਕ ਵੀ ਮਿਸਟੇਕ ਨਹੀਂ ਕਰਨੀ ਗ੍ਰਾਮਰ ਦੇ ਵਿੱਚ, ਧਿਆਨ ਦੇ ਨਾਲ ਗ੍ਰਾਮਰ ਕਰਨੀ ਹੈ। ਡਿਟਰਮੀਨਲ ਜੋ ਕਰਵਾਏ ਹੋਏ ਨੇ ਉਹਨਾਂ ਦੇ ਵਿੱਚੋਂ ਹੀ ਆ ਜਾਂਦੇ ਹੁੰਦੇ ਨੇ, ਕਿਉਂਕਿ ਉਹ ਤਕਰੀਬਨ ਸਾਰੇ ਆਪਣਾ ਟੈਕਸਟ ਬੁੱਕ ਵਾਲੇ ਤੇ ਗ੍ਰਾਮਰ ਬੁੱਕ ਵਾਲੇ ਨੇ।
ਜੈਰੈਂਡ ਦੇ ਵਿੱਚ ਤਾਂ ਤੁਸੀਂ ਮਤਲਬ ਕਿ ਕੁਝ ਨਹੀਂ ਦੇਖਣਾ ਹੈਗਾ, ਬਸ ਸਿਰਫ ਇੰਨਾ ਕੁ ਧਿਆਨ ਦੇਖਣਾ ਕਿ ING ਕਈ ਵਾਰ ਜਿਵੇਂ ਹੁਣ ਡਾਂਸਿੰਗ ਆ ਇੱਥੇ ਈ ਲੱਗਿਆ ਹੋਇਆ, ਈ ਤੋਂ ਬਾਅਦ ING ਲਗਾਓਗੇ ਤਾਂ ਤੁਹਾਡਾ ਗਲਤ ਹੋ ਜਾਊਗਾ। ਧਿਆਨ ਦੇ ਨਾਲ ING ਦੀ ਫਾਰਮ ਦੀ ਵਰਤੋਂ ਕਰਨੀ ਆ, ਡਾਂਸਿੰਗ, ਈ ਨਹੀਂ ਲੱਗੂਗਾ, ਡਾਂਸਿੰਗ। ਤੇ ਜਿੱਥੇ ਵੀ ਇਨਫਿਨਿਟਿਵ ਆ ਉਹਦੇ ਅੱਗੇ ਟੂ ਲਗਾਉਣਾ, ਜਿਹੜਾ ਫਿਲਿੰਗ ਦਾ ਬਲੈਂਕਸ ਕਰੋਗੇ ਉਹਦੇ ਅੱਗੇ ਟੂ ਲਗਾਉਣਾ, ਇਹ ਨਾ ਹੋਵੇ ਕੱਲਾ ਟੂ ਲਗਾ ਕੇ ਛੱਡਿਆ ਵਾ, ਠੀਕ ਹੈ। ਟੂ ਪਹਿਲਾਂ, ਫਿਰ ਜਿਹੜਾ ਫਿਲਿਪਸ ਦਿੱਤੀ ਵੀ ਹੋਊਗੀ ਫਿਲ ਕਰਨ ਨੂੰ, ਫਿਰ ਉਹ। ਤੇ ਇਹਦੇ ਵਿੱਚੋਂ ਹੁਣ ਜਿਹਨਾਂ ਦਾ ਮਤਲਬ ਕਿ ਕੋਈ ਵੀ ਆਪਾਂ ਕਹਿ ਸਕਦੇ ਆ ਕਿ ਨਹੀਂ ਕੁਝ ਵੀ ਯਾਦ ਕੀਤਾ, ਅਸੀਂ ਸਿਰਫ ਪਾਸਿੰਗ ਫਾਰਮੂਲਾ ਆਪਾਂ ਨੇ 24 ਪਿੱਛੇ ਬਣਾਏ ਸੀ, ਦੋ ਇਹਨਾਂ ਦੇ ਵਿੱਚੋਂ ਆ ਸਕਦੇ ਨੇ, 26 ਤੁਹਾਡੇ ਇੱਥੇ ਹੋ ਗਏ, ਠੀਕ ਹੈ। ਦੈਨ ਡਿਟਰਮੀਨੈਂਟ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ, ਖਿੱਚ ਸਕਦੇ ਹੋ ਇੱਥੇ। ਤੇ ਰਿਮੂਵ ਟੂ ਦੇ ਵਿੱਚ ਤਾਂ ਬਿਲਕੁਲ ਸੌਖਾ, ਰਿਮੂਵ ਟੂ ਤਾਂ ਬਹੁਤ ਢੰਗ ਨਾਲ ਕਰਵਾਇਆ ਹੋਇਆ, ਤੁਸੀਂ ਦੇਖ ਸਕਦੇ ਹੋ ਹਰ ਵੀਡੀਓ 'ਚ ਕਰਵਾਇਆ ਹੋਇਆ, ਠੀਕ ਹੈ। ਤਾਂ ਉਹਦੇ ਵਿੱਚੋਂ ਤੁਸੀਂ ਆਪਣੇ ਮਾਰਕਸ ਲੈ ਸਕਦੇ ਹੋ। ਮਤਲਬ ਕਿ ਜਿਨ੍ਹਾਂ ਨੂੰ ਕੁਝ ਵੀ ਨਹੀਂ ਹੈ ਗ੍ਰਾਮਰ ਦੇ ਵਿੱਚੋਂ, 2 ਇੱਥੋਂ ਆ ਸਕਦੇ ਨੇ, 2 ਇਹਦੇ ਵਿੱਚੋਂ ਆ ਸਕਦੇ ਨੇ, 4 5 2 ਡਿਟਰਮੀਨਰ ਵਿੱਚੋਂ ਆ ਸਕਦੇ ਨੇ, 5 ਇੱਥੋਂ ਗ੍ਰਾਮਰ ਦੇ ਵਿੱਚ ਤੁਹਾਡੇ ਆਰਾਮ ਨਾਲ ਆ ਸਕਦੇ ਨੇ ਅਗਰ ਤੁਸੀਂ ਥੋੜਾ ਜਿਹਾ ਸਟ੍ਰੈਸ ਦਿਓ। 26 ਤੇ ਜਿਹੜੇ ਕਿ ਆਪਣੇ ਉੱਪਰ ਬਣ ਗਏ ਸੀ, ਇੱਥੇ 26 ਬਣ ਗਏ ਸੀ, 26 ਤੇ 3 ਹੋਰ ਲਗਾਓ ਤਾਂ ਹੋ ਗਏ ਆਪਣੇ 29। ਤੇ ਇੱਕ ਇਹ ਵੀ ਰੋਜ਼ ਇਜ਼, ਇਹਦੇ ਵਿੱਚ ਬਣੂਗਾ ਰੋਜ਼ ਇਜ਼ ਮੋਰ ਬਿਊਟੀਫੁਲ ਦੈਨ ਐਨੀ ਅਦਰ ਫਲਾਵਰ। ਰੋਜ਼ ਇਜ਼ ਮੋਸਟ ਦੀ ਥਾਂ ਤੇ ਮੋਰ ਆ ਜਾਊਗਾ, ਮੋਰ ਬਿਊਟੀਫੁਲ, ਫਿਰ ਇੱਥੇ ਕੀ ਆ ਜਾਊਗਾ, ਦੈਨ ਐਨੀ ਅਦਰ ਫਲਾਵਰ, ਐਨੀ ਅਦਰ ਅੱਗੇ ਫਲਾਵਰ, ਮਤਲਬ ਕਿ ਬਿਊਟੀਫੁਲ ਤੋਂ ਬਾਅਦ ਇੱਥੇ ਕੀ ਲਗਾ ਦੈਨ ਐਨੀ ਅਦਰ ਫਲਾਵਰ। ਤੇ ਇਹ ਵਾਲਾ ਦੈਨ ਨਾ ਯੂਜ਼ ਕਰ ਦਿਓ, ਕਿਤੇ ਈ ਲਗਾ ਦਿਓ ਫਿਰ ਵੀ ਗਲਤ ਹੋ ਜਾਊਗਾ, THAN ਇਹ ਵਾਲਾ ਲਗਾਉਣਾ। ਹੁਣ ਇਹਨੂੰ ਕਰਨਾ ਕਿਵੇਂ ਹੈ, ਆਨਸਰ ਸ਼ੀਟ ਤੇ ਦੱਸਦੀ ਹਾਂ ਮੈਂ। ਡੂ ਐਜ਼ ਅ ਡਾਇਰੈਕਟ ਤੁਸੀਂ ਐਵੇਂ ਪਾਓਗੇ, 6th ਨੰਬਰ ਤੇ ਡੂ ਐਜ਼ ਅ ਡਾਇਰੈਕਟ ਪਾ ਕੇ ਫਸਟ ਤੁਸੀਂ ਕੀ ਕਰ ਰਹੇ ਹੋ, ਡਿਟਰਮੀਨੈਂਟ। ਅਗਰ ਉੱਥੇ A ਪਾਇਆ ਹੋਊਗਾ ਤਾਂ A ਲਿਖੋਗੇ, ਅਗਰ ਉੱਥੇ ਨੰਬਰ 1 ਪਾ ਕੇ ਕਰਿਆ ਹੋਇਆ ਤਾਂ ਤੁਸੀਂ ਉਵੇਂ ਨੰਬਰ ਦੇਖ ਲੈਣਾ, ਠੀਕ ਹੈ। ਡਿਟਰਮੀਨਰ A ਫਸਟ ਆਨਸਰ, ਫਸਟ ਸੈਕਿੰਡ ਥਰਡ ਜੋ ਵੀ ਇੱਥੇ ਹੋਊਗਾ ਤੁਸੀਂ ਲਿਖ ਦੋਗੇ। ਫਿਰ ਲਾਈਨ ਲਗਾਉਣੀ ਆ ਜਾਂ ਲਾਈਨ ਛੱਡਣੀ ਆ, ਫਿਰ ਉਸ ਤੋਂ ਬਾਅਦ B ਨੰਬਰ ਤੇ ਪਾ ਕੇ ਤੁਹਾਡਾ ਜੈਰੈਂਡ ਕੀ ਹੈ ਇੱਥੇ ਲਿਖ ਦੋਗੇ, ਠੀਕ ਹੈ। ਖਾਲੀ ਸਥਾਨ ਨੀਚੇ ਮਾਰ ਦੋਗੇ ਉਹਦੀ ਡੈਸ਼। ਫਿਰ ਤੁਹਾਡਾ ਅੱਗੇ ਇਨਫਿਨਿਟਿਵ ਦੇ ਵਿੱਚ ਤੁਹਾਡਾ ਕੀ ਆਨਸਰ ਬਣਦਾ ਉਹਨੂੰ ਡੈਸ਼ ਪਾ ਕੇ ਲਿਖ ਦੋਗੇ, ਠੀਕ ਹੈ। ਫਿਰ ਅੱਗੇ ਲਾਈਨ ਲਗਾ ਦੋਗੇ। ਫਿਰ ਅੱਗੇ ਸੀ ਪੋਰਸ਼ਨ ਦੇ ਵਿੱਚ ਤੁਹਾਡਾ ਚੇਂਜ ਦਾ ਵੌਇਸ ਆ ਜਾਂ ਨਰੇਸ਼ਨ ਆ ਪਹਿਲਾਂ, ਜਾਂ ਟਰਾਂਸਫਰਮੇਸ਼ਨ ਆਫ ਸੈਂਟੈਂਸ ਆ, ਉਹ ਵੀ ਤੁਸੀਂ ਆਪਣਾ ਜੋ ਵੀ ਉਵੇਂ ਕਰ ਸਕਦੇ ਹੋ। ਅਗਰ ਇਹਦੇ ਵਿੱਚ ਤੁਸੀਂ ਗ੍ਰਾਮਰ ਦੇ ਵਿੱਚ ਇਹਨਾਂ ਨੂੰ ਉਤਾਰ ਵੀ ਦੋਗੇ ਤਾਂ ਵੀ ਕੋਈ ਟੈਨਸ਼ਨ ਨਹੀਂ, ਅਗਰ ਨਹੀਂ ਉਤਾਰਨਾ ਤਾਂ ਵੀ ਕੋਈ ਟੈਨਸ਼ਨ ਨਹੀਂ ਹੈਗੀ। ਬਾਰ-ਬਾਰ ਦੱਸ ਰਹੇ ਕੁਐਸਚਨ ਉਤਾਰਨੇ ਜਾਂ ਨਾ ਉਤਾਰਨੇ ਤੁਹਾਡੇ ਤੇ ਡਿਪੈਂਡ ਕਰਦਾ। ਤਾਂ ਬਸ ਇਹ ਯਾਦ ਰੱਖਣਾ ਕਿ 3 ਘੰਟੇ ਦਾ ਪੇਪਰ ਹੈ ਨਾ ਹੋਵੇ, ਤੁਹਾਡਾ ਟਾਈਮ ਹੀ ਲੰਘ ਜੇ। ਇਹਦੇ ਵਿੱਚ ਜਿਵੇਂ ਰੀਰਾਈਟ ਰਿਮੂਵ ਟੂ ਆ, ਤੁਸੀਂ ਇਹਨੂੰ ਆਨਸਰ 'ਚ ਕਿਵੇਂ ਲਿਖੋਗੇ, ਫਸਟ ਪਾ ਕੇ ਰਿਮੂਵ ਟੂ ਆਨਸਰ। ਫਿਰ ਅਗਲਾ ਜਿਵੇਂ ਡਿਗਰੀ ਆਫ ਕੰਪੈਰੀਜ਼ਨ ਆਨਸਰ, ਐਵੇਂ ਪਾ ਕੇ, ਠੀਕ ਹੈ। ਨੈਕਸਟ ਸੈਕਸ਼ਨ C। ਫਿਰ ਸੈਕਸ਼ਨ C ਦੇ ਵਿੱਚ ਤੁਹਾਡੇ ਜਿਹੜੇ ਕਿ ਸ਼ਾਰਟ ਕੁਐਸਚਨ ਆਨਸਰ ਹੋਣਗੇ, ਵੈਰੀ ਸ਼ਾਰਟ। ਇਹਨਾਂ ਦੀ ਮੈਂ ਵੀਡੀਓ ਪੂਰੀ ਕੋਸ਼ਿਸ਼ ਕਰੂੰਗੀ ਕਿ ਜਲਦ ਤੋਂ ਜਲਦ ਬਣਾਵਾਂ। ਵੈਰੀ ਸ਼ਾਰਟ ਆਨਸਰ ਤੁਸੀਂ ਇਹਨਾਂ ਨੂੰ ਕਿਵੇਂ ਕਰਨਾ, ਜਿਵੇਂ ਹਾਊ ਡਿਡ ਦਾ ਪੇਰੈਂਟ ਟੀਚਰ ਮੀਟਿੰਗ ਐਂਡ, ਪੇਰੈਂਟ ਟੀਚਰ ਮੀਟਿੰਗ ਦਾ ਐਂਡ ਕਿਵੇਂ ਹੋਇਆ ਸੀ। ਓਨਲੀ ਫਰੂਟਲੈਸਲੀ ਨਹੀਂ ਲਿਖਣਾ, ਦੇਖੋ ਐਵੇਂ ਲਿਖਣਾ। ਸੈਕਸ਼ਨ C ਹਰ ਸੈਕਸ਼ਨ ਨੂੰ ਤੁਸੀਂ ਨੀਚੇ ਤੋਂ ਅੰਡਰਲਾਈਨ ਕਰਨਾ। ਸੈਕਸ਼ਨ C ਨੰਬਰ 7 ਤੇ ਆਬਜੈਕਟਿਵ ਟਾਈਪ ਆਨਸਰ ਨੰਬਰ ਫਸਟ ਪੂਰਾ ਆਨਸਰ ਲਿਖਣਾ ਲਾਈਨ ਦੇ ਵਿੱਚ। ਦਾ ਪੇਰੈਂਟ ਟੀਚਰ ਮੀਟਿੰਗ ਐਂਡ ਫਰੂਟਲੈਸਲੀ, ਫਿਰ ਤੁਹਾਨੂੰ 1 ਚੋਂ 1 ਐਨ ਵਧੀਆ ਮਾਰਕਸ ਮਿਲਣਗੇ। ਤੇ ਇਫੈਕਟ ਕਿੱਥੇ ਪਊਗਾ, ਤੁਹਾਡੀ ਹੈਂਡ ਰਾਈਟਿੰਗ ਦੇ ਜਿਹੜੇ 5 ਚੋਂ 5 ਦੇਣੇ ਨੇ, ਅਗਰ ਤੁਸੀਂ ਐਵੇਂ ਕੀਤਾ ਹੋਊਗਾ ਪੇਪਰ 5 ਚੋਂ 5 ਮਿਲਣਗੇ, ਠੀਕ ਹੈ। ਮਤਲਬ ਕਿ ਪੂਰਾ ਆਨਸਰ ਕਰਨਾ। ਹੁਣ ਜਿਵੇਂ ਇਹਦੇ ਵਿੱਚੋਂ ਆਪਸ਼ਨ ਵਾਲਾ ਵੀ ਆਨਸਰ ਆ ਗਿਆ। ਆਪਸ਼ਨ ਵਾਲਾ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਸ਼ਨ ਵਾਲਾ ਜਦੋਂ ਤੁਸੀਂ ਆਨਸਰ ਕਰਦੇ ਨਾਲ ਆਪਸ਼ਨ ਦੇ ਨਾਲ ਤੁਸੀਂ ਆਨਸਰ ਵੀ ਲਿਖਣਾ। ਜਿਵੇਂ ਵਿਸਟਿੰਗਨ ਪੋਸਟ ਵਾਜ਼ ਕੀ ਸੀ, ਇਹ ਨਿਊਜ਼ਪੇਪਰ ਸੀ। ਹੁਣ ਇਹਦੇ B ਆਪਸ਼ਨ ਬਣਦੀ ਹੈ ਤਾਂ B ਪਾ ਕੇ ਆਨਸਰ ਨਿਊਜ਼ਪੇਪਰ ਵੀ ਲਿਖੋਗੇ ਤਾਂ ਇਹਦੇ ਨਾਲ ਵਧੀਆ ਇਫੈਕਟ ਪੈਂਦਾ। ਇਹ 10 ਦੇ 10। ਹੁਣ ਇਹਦੇ ਵਿੱਚੋਂ ਰਾਈਟਰ ਨੇਮ ਜ਼ਰੂਰ ਯਾਦ ਕਰੋ, ਚੈਪਟਰਾਂ ਦੇ ਰਾਈਟਰ ਨੇਮ ਜ਼ਰੂਰ ਯਾਦ ਕਰਨੇ ਨੇ। ਮਤਲਬ ਕਿ ਇਹਦੇ ਵਿੱਚੋਂ ਜਿਨ੍ਹਾਂ ਦਾ ਟਾਰਗੇਟ 10 ਚੋਂ 10 ਆਉਣ, 10 ਚੋਂ 10 ਆਉਣ, ਧਿਆਨ ਲਾਉਣਾ, ਦਿਮਾਗ ਲਗਾਉਣਾ ਕਿ ਉਹਨਾਂ ਚੈਪਟਰਾਂ ਦੀ ਸਟੋਰੀ, ਠੀਕ ਹੈ। ਚੈਪਟਰਾਂ ਦੀ ਸਟੋਰੀ ਧਿਆਨ ਦੇ ਨਾਲ ਪੜ੍ਹਨੀ ਹੈ। ਉਹਨਾਂ ਦੇ ਵਿੱਚੋਂ ਹੋ ਸਕਦਾ ਸਿਰਫ ਤੁਹਾਨੂੰ 2 ਜਾਂ 3 ਕੁਐਸਚਨ ਕੀ ਘੁਮਾ ਕੇ ਆ ਜਾਣ, ਠੀਕ ਹੈ। ਚੈਪਟਰਾਂ ਦੇ ਵਿੱਚੋਂ ਤਾਂ ਧਿਆਨ ਦੇ ਨਾਲ ਚੈਪਟਰਾਂ ਦੀ ਸਟੋਰੀ ਨੂੰ ਮਾੜਾ ਜਿਹਾ ਆਪਣੇ ਮਾਈਂਡ 'ਚ ਰੱਖੋ, ਫਿਰ ਉਹਨਾਂ ਦੇ ਆਨਸਰ ਨੂੰ ਫਾਈਂਡ ਕਰ ਸਕਦੇ ਹੋ ਤੁਸੀਂ। ਤੇ ਜਿਨ੍ਹਾਂ ਦਾ ਪਾਸਿੰਗ ਫਾਰਮੂਲਾ ਹੁਣ ਆਪਾਂ ਨੇ ਪਿੱਛੇ ਆਪਣੇ ਜਿਹੜੇ ਕਿ ਤੁਹਾਡੇ ਬਣਾਏ ਸੀ, ਮੈਂ 29 ਮਾਰਕਸ ਬਣਾਏ ਸੀ, ਤਾਂ ਇਹਦੇ ਵਿੱਚੋਂ 5 ਤਾਂ ਆ ਸਕਦੇ ਨੇ, ਠੀਕ ਆ, ਕਿਉਂਕਿ ਆਪਸ਼ਨਸ ਵਾਲੇ ਵੀ ਕੁਐਸਚਨਸ ਪਏ ਨੇ। ਟਰੂ ਫਾਲਸ ਵੀ ਆਊਗਾ ਇਹਦੇ ਵਿੱਚ, ਫਿਲਿੰਗ ਦਾ ਬਲੈਂਕਸ ਵੀ ਆਉਣਗੇ।
ਤਾਂ ਤੁਸੀਂ ਆਪਣੇ ਆਰਾਮ ਨਾਲ ਪਾਸ ਹੋ, ਇੰਗਲਿਸ਼ 'ਚ ਆਰਾਮ ਨਾਲ ਪਾਸ ਹੋ। ਬਸ ਉਹਨੂੰ ਕਰਨ ਦਾ ਢੰਗ ਤੇ ਸਟੈਂਜੇ ਸਟੂਡੈਂਟਸ ਤੁਹਾਨੂੰ 2 ਦਿੱਤੇ ਵੀ ਹੋਣਗੇ, 2 ਦੇ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਜਿਹੜਾ ਤੁਹਾਨੂੰ ਐਨ ਚੰਗੇ ਤਰੀਕੇ ਨਾਲ ਆਉਂਦਾ ਹੋਊਗਾ। ਜਿਹੜਾ ਐਨ ਚੰਗੇ ਤਰੀਕੇ ਨਾਲ ਆਉਂਦਾ ਹੋਊਗਾ ਉਹ ਤੁਸੀਂ ਉਹ ਸਟੈਂਜਾ ਕਰਨਾ, 2 ਆਉਣਗੇ। ਤੇ ਨੇਮ ਦਾ ਪੋਇਟ ਤੇ ਪੋਇਮ, ਇਹ ਐਨ ਇੱਕ ਵੀਡੀਓ ਬਣਾਈ ਹੋਈ ਆ ਜਿਹਦੇ ਵਿੱਚ ਸਾਰਾ ਸਮਝਾਇਆ ਕਿ ਇਹ ਕੀਵਰਡਸ ਹੋਣਗੇ, ਤੁਸੀਂ ਪਹਿਚਾਣ ਪਾਓਗੇ ਕਿ ਇਸ ਪੋਇਮ ਦੇ ਵਿੱਚੋਂ ਇਸ ਪੋਇਮ ਦੇ ਵਿੱਚੋਂ। ਸੋ ਉੱਥੋਂ ਮਾਰਕਸ ਨਹੀਂ ਕੱਟਣਾ ਚਾਹੀਦਾ ਹੈਗਾ। ਜਿਨ੍ਹਾਂ ਦਾ ਸਿਰਫ ਪਾਸਿੰਗ ਫਾਰਮੂਲਾ ਇਹ ਨੰਬਰ ਨਾ ਕਟਵਾਉਣ, ਠੀਕ ਹੈ, ਇੱਥੋਂ ਨੰਬਰ ਲੈ ਲੈਣ ਹੋਰ ਵੀ ਇੱਕ। ਤੇ ਬਾਕੀ ਜਿਨ੍ਹਾਂ ਦਾ 100% ਉਹ ਤਾਂ ਐਨ ਧਿਆਨ ਦੇ ਨਾਲ ਕਰਨ, ਸਾਰਾ ਕੁਝ ਉਹਦੇ ਵਿੱਚ ਸਮਝਾਇਆ ਹੋਇਆ। ਸੈਂਟਰ ਆਈਡੀਆ ਬੀ ਆਫ ਨੰਬਰ ਪਾ ਕੇ ਜਿਹੜੇ ਵੀ ਤੁਸੀਂ ਸੈਂਟਰ ਆਈਡੀਆ ਲਿਖੋਗੇ ਇੱਥੇ ਲਿਖ ਦਿਓ, ਵਿਚਕਾਰ ਵੀ ਇਹ ਤੁਹਾਡਾ ਸੈਂਟਰ ਆਈਡੀਆ ਤੁਸੀਂ ਇਹ ਕਰ ਰਹੇ ਹੋ, ਫਿਰ ਉਹਦਾ ਆਨਸਰ ਲਿਖਣਾ। ਫਿਰ ਅੱਗੇ ਕੁਐਸਚਨ ਆਨਸਰ ਨੰਬਰ 9 ਪਾ ਕੇ ਕੋਈ 3 ਕਰਨੇ ਹੋਣਗੇ, ਠੀਕ ਹੈ, 3 ਐਨ ਧਿਆਨ ਦੇ ਨਾਲ ਕਰਨੇ ਨੇ ਜਿਹੜੇ ਤੁਹਾਨੂੰ ਆਉਂਦੇ ਹੋਣਗੇ। ਹੁਣ ਦੇਖੋ ਨੰਬਰ 9 ਪਾ ਕੇ ਕੁਐਸਚਨ ਆਨਸਰ ਨੰਬਰ ਫਸਟ ਤੁਸੀਂ ਆਨਸਰ ਦੇ ਰਹੇ ਹੋ। ਨੰਬਰ ਫਸਟ ਜਿਵੇਂ ਕੁਐਸਚਨ 2 ਉਹਦੇ ਵਿੱਚ ਕੰਬਾਈਨ ਕੀਤੇ ਹੋਏ ਨੇ, 2 ਕੰਬਾਈਨ ਕੀਤੇ ਹੋਏ ਨੇ, ਉਹਦੇ ਵਿੱਚ ਪਹਿਲੇ ਦਾ ਆਨਸਰ ਫਿਰ ਉਹਦੇ ਵਿੱਚ ਹੀ ਜਿਹੜਾ ਅਗਲੇ ਦਾ ਆਨਸਰ, ਐਵੇਂ ਧਿਆਨ ਦੇ ਨਾਲ ਕਰਨਾ। ਫਿਰ ਲਾਈਨ ਛੱਡਣੀ ਆ, ਬਾਅਦ 'ਚੋਂ ਤੁਸੀਂ ਲਾਈਨ ਲਗਾ ਸਕਦੇ ਜਿਵੇਂ ਮੈਂ ਲਗਾਈ ਹੋਈ ਆ। ਫਿਰ ਅੱਗੇ ਸੈਕਿੰਡ ਦਾ ਆਨਸਰ ਕਰ ਰਹੇ ਹੋ, ਆਨਸਰ ਸੈਕਿੰਡ। ਜੇ ਤੁਸੀਂ ਪਹਿਲਾਂ ਹੀ 4th ਦਾ ਆਨਸਰ ਕਰ ਰਹੇ ਹੋ ਤਾਂ ਨੰਬਰ ਇੱਥੇ 4 ਪਾ ਦਿਓ, ਠੀਕ ਹੈ। ਨੰਬਰ 5th ਦਾ ਆਨਸਰ ਕਰ ਰਹੇ ਹੋ ਤਾਂ ਨੰਬਰ 5th ਪਾ ਦਿਓ। ਜੋ ਨੰਬਰ ਜ਼ਰੂਰ ਪਾਉਣੇ ਨੇ, ਠੀਕ ਹੈ, ਨੰਬਰ ਜ਼ਰੂਰ ਪਾਉਣੇ ਨੇ। ਆਨਸਰ ਜਿੱਥੇ ਮਰਜ਼ੀ ਕਰੋ, ਜਿਹੜਾ ਮਰਜ਼ੀ ਕਰੋ, ਨੰਬਰ ਤੇ ਸੈਕਸ਼ਨ ਪਾਉਣਾ ਬਹੁਤ ਜ਼ਰੂਰੀ ਆ। ਸੈਕਸ਼ਨ ਏ ਦੇ ਵਿੱਚੋਂ ਤੁਹਾਨੂੰ 5 ਆਉਣਗੇ, 5 ਚੋਂ ਤੁਸੀਂ ਕੋਈ 3 ਕਰਨੇ ਨੇ, 5 ਚੋਂ ਕੋਈ ਤੁਸੀਂ 3 ਕਰਨੇ ਨੇ। ਤੇ ਸੈਕਸ਼ਨ ਸੀ ਦੇ ਵਿੱਚ 3 ਆਉਣਗੇ, ਤੁਸੀਂ ਕੋਈ 2 ਕਰਨੇ ਹੋਣਗੇ, ਠੀਕ ਹੈ। ਤੇ ਇਹਨਾਂ ਦੇ ਵਿੱਚ ਫੰਡਾ ਕੀ ਹੁੰਦਾ, ਇੰਗਲਿਸ਼ ਦੇ ਵਿੱਚ ਬੇਸ਼ੱਕ ਘੱਟ ਲਿਖੋ, ਬਟ ਕੀ ਹੋਣਾ ਚਾਹੀਦਾ, ਸਪੈਲਿੰਗ ਮਿਸਟੇਕ ਨਹੀਂ ਹੋਣੇ ਚਾਹੀਦੇ। ਤੇ ਤੁਸੀਂ ਜਿਵੇਂ ਸੈਂਟਰ ਆਈਡੀਆ 20 ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਕਿ ਮਾਈਂਡ ਮੈਪ ਵੀ ਬਣਾ ਸਕਦੇ ਹੋ। ਜਿਵੇਂ ਪਹਿਲਾਂ ਸੈਂਟਰ ਆਈਡੀਆ ਜਿਨ੍ਹਾਂ ਦੇ 80 ਚੋਂ 80 ਟਾਰਗੇਟ ਆ ਨਾ, ਉਹ ਪਹਿਲਾਂ ਆਪਣਾ ਜਿਹੜਾ ਕਿ ਪੂਰਾ ਸੈਂਟਰ ਆਈਡੀਆ ਲਿਖੋ, ਦੈਨ ਫਿਰ ਤੁਸੀਂ ਆਪਣਾ ਇਹਦੇ ਵਿੱਚ ਇਹ ਲਾਈਨ ਅੱਗੇ ਮਾਈਂਡ ਮੈਪ ਵੀ ਬਣਾ ਸਕਦੇ ਹੋ, ਠੀਕ ਹੈ। ਅਗਰ ਨਹੀਂ ਆਉਂਦਾ ਮਾਈਂਡ ਮੈਪ ਕੋਈ ਜ਼ਰੂਰੀ ਨਹੀਂ ਹੈ। ਤੇ ਸੈਂਟਰ ਆਈਡੀਆ ਦੇ ਵਿੱਚ ਇਹ ਲਾਈਨਾਂ ਜ਼ਰੂਰ ਲਿਖਣੀਆਂ ਨੇ। ਹਰ ਇੱਕ ਬੱਚੇ ਨੇ ਜਿਹਦਾ ਪਾਸਿੰਗ ਫਾਰਮੂਲਾ ਉਹ ਤਾਂ ਲਿਖੂਗਾ ਹੀ ਲਿਖੂਗਾ ਇਹ ਲਾਈਨਾਂ, ਬਾਕੀ ਤਾਂ ਸਾਰੇ ਲਿਖਣਗੇ, ਠੀਕ ਹੈ। ਕਿਉਂਕਿ ਦਿਸ ਇਜ਼ ਅ ਬਿਊਟੀਫੁਲ ਪੋਇਮ ਰਿਟਨ ਬਾਈ, ਦਿਸ ਇਜ਼ ਅ ਬਿਊਟੀਫੁਲ ਪੋਇਮ, ਦਿਸ ਇਜ਼ ਅ ਇੰਟਰਸਟਿੰਗ ਪੋਇਮ, ਇਟ ਇਜ਼ ਰਿਟਨ ਬਾਈ, ਜਿਹਦੇ ਦੁਆਰਾ ਲਿਖੀ ਗਈ ਹੈ ਉਹਦਾ ਰਾਈਟਰ ਨੇਮ। ਇਟ ਗਿਵਸ ਅਸ ਅ ਵੈਰੀ ਗੁੱਡ ਮੈਸੇਜ, ਇਟ ਗਿਵ ਅਸ ਅ ਗੁੱਡ ਮੈਸੇਜ, ਠੀਕ ਹੈ। ਇਟ ਇਜ਼ ਅ ਸ਼ਾਰਟ ਪੋਇਮ। ਇਹ 4 ਲਾਈਨਾਂ ਹਰ ਇੱਕ ਪੋਇਮ 'ਚ ਲਿਖਣੀਆਂ ਨੇ। ਹੁਣ ਅੱਗੇ ਤੁਹਾਡੇ ਲੌਂਗ ਕੁਐਸਚਨ ਆਨਸਰ ਆਉਣਗੇ। ਥੀਮ ਜਾਂ ਕਰੈਕਟਰ ਸਕੈਚ ਤੁਸੀਂ ਇੱਕ ਕਰੋਗੇ, ਠੀਕ ਹੈ, ਸੈਕਸ਼ਨ ਏ ਦੇ ਵਿੱਚੋਂ ਇੱਕ, ਸੈਕਸ਼ਨ ਸੀ ਦੇ ਵਿੱਚੋਂ। ਹੁਣ ਇਹਦਾ ਤੁਸੀਂ ਕਿੱਦਾਂ ਕਰਨਾ, ਹੁਣ ਇਹਦੇ ਵਿੱਚ ਇਹੀ ਹੋਵੇ ਕਿ ਇਹ ਨਾ ਹੋਵੇ ਤੁਸੀਂ ਇੱਥੇ 2 ਪੇਜ ਭਰਨ ਲੱਗ ਜਾਓ ਤਾਂ ਉਹਦੇ ਵਿੱਚ ਟੂ ਮੱਚ ਮਿਸਟੇਕ ਹੋਣ, ਫਿਰ ਕੋਈ ਨੰਬਰ ਨਹੀਂ ਮਿਲਣਾ ਹੈਗਾ, ਠੀਕ ਹੈ। ਬੇਸ਼ੱਕ ਥੋੜਾ ਲਿਖੋ, 3 ਅੰਕਾਂ ਦਾ ਹੀ ਹੈ, ਮਤਲਬ ਕਿ ਇਹ ਵੱਧ ਤੋਂ ਵੱਧ ਤੁਸੀਂ ਇਹਨੂੰ ਇੱਕ ਪੇਜ ਤੇ ਆਪਣਾ ਲੈ ਕੇ ਜਾ ਸਕਦੇ ਹੋ ਆਰਾਮ ਨਾਲ, ਇੱਕ ਪੇਜ ਤੇ ਆਰਾਮ ਨਾਲ ਲੈ ਕੇ ਜਾ ਸਕਦੇ ਹੋ। ਹਾਂ, ਜਿਹੜੇ ਬੱਚੇ ਨੇ ਹੋਰ ਵੀ ਵੱਧ ਯਾਰ ਕੀਤਾ ਹੋਇਆ ਤਾਂ ਉਹਦਾ ਤਾਂ ਆਟੋਮੈਟਿਕ ਇੱਕ ਪੇਜ ਤੋਂ ਵਧੂਗਾ, ਤਾਂ ਵਧਾ ਸਕਦੇ ਹੋ, ਠੀਕ ਹੈ। ਤਾਂ ਇੱਕ ਪੇਜ ਤੱਕ ਤਾਂ ਤੁਸੀਂ ਕਰਨਾ, ਮਤਲਬ ਕਿ ਕਰ ਸਕਦੇ ਹੋ। ਹਾਂ, ਜਿਨ੍ਹਾਂ ਨੂੰ ਘੱਟ ਜ਼ਿਆਦਾ, ਜਿਨ੍ਹਾਂ ਨੂੰ 100 ਜ਼ਿਆਦਾ, ਤਾਂ ਇਹ ਆ ਮਤਲਬ ਕਿ ਇੱਕ ਪੇਜ ਜਿਹੜਾ ਤੁਹਾਡਾ ਕੰਪਲੀਟ ਹੈ, ਇੱਕ ਪੇਜ ਘੱਟੋ ਘੱਟ ਉਹਦਾ ਹਾਫ ਪੇਜ ਤੇ ਤੁਹਾਡਾ ਜ਼ਰੂਰ ਆਨਸਰ ਆਵੇ 3 ਨੰਬਰ ਵਾਲਾ। 3 ਨੰਬਰ ਵਾਲਾ ਹਾਫ ਪੇਜ ਤੱਕ ਤਾਂ ਹੋਣਾ ਚਾਹੀਦਾ, ਹਾਫ ਪੇਜ ਤੱਕ ਤਾਂ ਪੱਕਾ, ਹਾਫ ਪੇਜ ਤੱਕ ਪੱਕਾ ਹੋਣਾ ਚਾਹੀਦਾ, ਵੱਧ ਬੇਸ਼ੱਕ ਵਧਾ ਦਿਓ। ਅਗਰ ਕਈ ਬੱਚੇ ਐਵੇਂ ਦੇ ਨੇ ਜਿਨ੍ਹਾਂ ਨੂੰ ਲੌਂਗ ਕੁਐਸਚਨ ਨਹੀਂ ਆ ਰਿਹਾ ਹੈਗਾ, ਤਾਂ ਉਹਦੇ ਵਿੱਚੋਂ ਜਿੰਨਾ ਵੀ ਸ਼ਾਰਟ ਤੁਸੀਂ ਜਿਹੜੇ ਯਾਦ ਕੀਤੇ ਹੋਏ ਨੇ ਉਸ ਚੈਪਟਰ ਨੂੰ ਦਿਮਾਗ 'ਚ ਰੱਖਣਾ ਕਿ ਕਿਸ ਚੈਪਟਰ 'ਚੋਂ ਉਹਦੇ ਜਿੰਨੇ ਵੀ ਸ਼ਾਰਟ ਕੁਐਸਚਨ ਤੁਸੀਂ ਉਹ ਲਿਖ ਸਕਦੇ ਹੋ। ਅਗਰ ਕੁਐਸਚਨ ਵੀ ਘੁਮਾ ਕੇ ਪਾਇਆ ਹੋਇਆ ਤਾਂ ਵੀ ਤੁਸੀਂ ਸ਼ਾਰਟ ਕੁਐਸਚਨ ਜਿਹੜੇ ਯਾਦ ਕੀਤੇ ਹੋਏ ਨੇ ਉਹ ਸਾਰੇ ਇਹਦੇ ਵਿੱਚ ਐਡ ਕਰ ਸਕਦੇ ਹੋ। ਤੇ ਜਿਨ੍ਹਾਂ ਦਾ 80 ਚੋਂ 80 ਟਾਰਗੇਟ ਹੈ, ਉਹ ਆਪਣਾ ਸਭ ਤੋਂ ਪਹਿਲਾਂ ਜਿਹੜਾ ਵੀ ਤੁਹਾਡਾ ਤੁਸੀਂ ਕਰ ਰਹੇ ਹੋ, ਥੀਮ ਕਰ ਰਹੇ ਹੋ ਜਾਂ ਜੋ ਵੀ ਕਰ ਰਹੇ ਹੋ, ਉਹਨੂੰ ਧਿਆਨ ਦੇ ਨਾਲ ਕਰੋ, ਮਿਸਟੇਕ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਉਹਦਾ ਮਾਈਂਡ ਮੈਪ ਵੀ ਬਣਾ ਸਕਦੇ ਹੋ, ਠੀਕ ਹੈ। ਜਾਂ ਪਹਿਲ 'ਚ ਤੁਸੀਂ ਉਹਦਾ ਮਾਈਂਡ, ਸਪੋਜ਼ ਤੁਸੀਂ ਜੌਨ ਫਿਲਿਪ ਸੌਸਾ ਦਾ ਕਰੈਕਟਰ ਸਕੈਚ ਕਰ ਰਹੇ ਹੋ, ਉਹਦੇ ਵਿੱਚ ਪਹਿਲਾਂ ਜੌਨ ਫਿਲਿਪ ਸੌਸਾ ਲਿਖ ਕੇ ਉਹਦੇ ਜਿਹੜੇ ਕੀ ਪੁਆਇੰਟਸ ਨੇ, ਹੈ ਨਾ, ਉਹਨਾਂ ਨੂੰ ਤੁਸੀਂ ਮਾਈਂਡ ਮੈਪ ਦੇ ਵਿੱਚ ਕਰ ਦਿਓ। ਫਿਰ ਉਹਦੇ ਨੀਚੇ ਤੁਸੀਂ ਉਹਦਾ ਆਨਸਰ ਲਿਖ ਦਿਓ। ਇਸ ਹਿਸਾਬ ਨਾਲ ਤੁਹਾਡਾ ਨਾਲੇ ਤਾਂ ਇੱਕ ਪੇਜ ਤੋਂ ਵੱਧ ਹੋ ਜਾਊਗਾ ਤੇ ਨਾਲੇ ਐਨ ਤੁਹਾਡਾ ਵਧੀਆ ਇਫੈਕਟਿਵ ਹੋਊਗਾ ਤੇ ਤੁਹਾਨੂੰ 3 ਚੋਂ 3 ਮਿਲ ਜਾਣਗੇ, ਠੀਕ ਹੈ। ਵੈਸੇ ਵੀ 3 ਚੋਂ 3 ਤਾਂ ਮਿਲਣਗੇ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਮਾਈਂਡ ਮੈਪ ਬਣਾਉਣਾ, ਤੁਹਾਨੂੰ 3 ਚੋਂ 3 ਮਿਲਣਗੇ। ਵੈਸੇ ਸਪੈਲਿੰਗ ਮਿਸਟੇਕ ਨਾ ਹੋਵੇ ਤੇ ਤੁਸੀਂ ਵੱਧ ਤੋਂ ਵੱਧ, ਮੈਂ ਤੁਹਾਨੂੰ ਇੱਕ ਪੇਜ ਤੇ ਦੱਸਤਾ, ਘੱਟੋ ਘੱਟ ਤੁਹਾਡਾ ਅੱਧੇ ਪੇਜ ਤੇ ਪੱਕਾ ਜਾਵੇ 3 ਅੰਕਾਂ ਦਾ ਕੁਐਸਚਨ, ਠੀਕ ਹੈ। ਅੱਧੇ ਪੇਜ ਤੇ ਪੱਕਾ, ਇਹ ਨਾ ਹੋਵੇ ਤੁਸੀਂ 4 ਲਾਈਨਾਂ ਕਹਿ ਕੇ ਲਿਖ ਕੇ ਕਹੋ ਵੀ ਤੁਹਾਨੂੰ 3 ਚੋਂ 3 ਨਹੀਂ, ਠੀਕ ਹੈ। ਅੱਧੇ ਪੇਜ ਤੱਕ, ਤੇ ਇਹ ਨਾ ਹੋਵੇ ਖੁੱਲਾ ਲਿਖ ਕੇ ਫਿਰ ਤੁਸੀਂ ਕਹੋਗੇ ਅੱਧਾ ਪੇਜ ਭਰ ਗਿਆ, ਉਹ ਵੀ ਫਾਰਮੈਟ ਰੋਂਗ ਹੁੰਦਾ, ਠੀਕ ਹੈ। ਬਾਕੀ ਤੁਸੀਂ ਖੁਦ ਸਮਝਦਾਰ ਹੋ, ਠੀਕ ਹੈ। ਸੋ ਇਹ ਸੀ ਪੇਪਰ ਨੂੰ ਕਰਨ ਦਾ ਢੰਗ ਤੇ ਪਾਸਿੰਗ ਫਾਰਮੂਲਾ। ਆਈ ਹੋਪ ਤੁਹਾਡਾ ਪੇਪਰ ਬਹੁਤ ਵਧੀਆ ਜਾਵੇ ਤੇ
ਗੁੱਡ ਹੈਂਡਰਾਈਟਿੰਗ ਤੁਸੀਂ 5 ਚੋਂ 5 ਲੈਣ ਦੀ ਪੂਰੀ ਕੋਸ਼ਿਸ਼ ਕਰਨੀ ਆ। ਹੈਂਡਰਾਈਟਿੰਗ ਵਧੀਆ ਹੋਣੀ ਚਾਹੀਦੀ ਆ। ਕੁਐਸਚਨ ਲਿਖਣੇ ਨੇ ਲਿਖੋ, ਨਹੀਂ ਨਾ ਸੀ, ਡਿਪੈਂਡ ਔਨ ਯੂ, ਠੀਕ ਆ, ਤੁਹਾਡੇ ਤੇ ਡਿਪੈਂਡ ਕਰਦਾ। ਤੇ ਧਿਆਨ ਕੀ ਰੱਖਣਾ ਹੈ ਕਿ ਤੁਹਾਡਾ ਕੁਐਸਚਨ ਨੰਬਰ ਤੇ ਸੈਕਸ਼ਨ ਜ਼ਰੂਰ ਪਾਇਆ ਵਾ ਹੋਣਾ ਚਾਹੀਦਾ ਪੇਪਰ ਦੇ ਵਿੱਚ। ਕੁਐਸਚਨ ਨੰਬਰ ਤੇ ਨੰਬਰ ਤੇ ਤੁਹਾਡਾ ਸੈਕਸ਼ਨ, ਇਹ ਦੋ ਚੀਜ਼ਾਂ ਜ਼ਰੂਰ ਹੋਣੇ ਚਾਹੀਦੇ ਨੇ, ਸੈਕਸ਼ਨ ਤੇ ਕੁਐਸਚਨ ਨੰਬਰ, ਠੀਕ ਹੈ, ਇਹ ਜ਼ਰੂਰ ਹੋਣੇ ਚਾਹੀਦੇ ਨੇ। ਤੇ ਸੈੱਟ ABC ਜੋ ਵੀ ਤੁਹਾਡਾ ਹੈ ਉਹ ਜ਼ਰੂਰ ਲਿਖਿਓ। ਤੇ ਮੇਨ ਸਟੂਡੈਂਟਸ ਤੁਸੀਂ ਕੀ ਯਾਦ ਰੱਖਣਾ ਕਿ ਬਾਏ ਚਾਂਸ ਕੋਈ ਕੁਐਸਚਨ ਇਹੋ ਜਿਹਾ ਆ ਗਿਆ ਜੋ ਤੁਹਾਨੂੰ ਯਾਦ ਨਹੀਂ ਕੀਤਾ ਹੋਇਆ ਹਨਾ, ਜਾਂ ਕੁਝ ਵੀ ਐਵੇਂ ਹੋ ਜਾਂਦਾ, ਤਾਂ ਜਿੰਨੇ ਵੀ ਛੋਟੇ ਕੁਐਸਚਨ ਨੇ ਉਸ ਚੈਪਟਰ ਦੇ ਵਿੱਚ ਜਾਣਾ, ਉਹ ਸਟੋਰੀ ਨੂੰ ਮਾਈਂਡ 'ਚ ਕਰਨਾ ਤੇ ਸਾਰੇ ਉਹਦੇ ਛੋਟੇ ਕੁਐਸਚਨ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਕਰਵਾਇਆ ਵੀ ਸੀ ਹਨਾ, ਕੀ ਪੁਆਇੰਟਸ ਕਰਵਾਏ ਸੀ ਹਨਾ, ਵੀ ਲਾਈਨਾਂ ਦੇ ਵਿੱਚ ਤੁਸੀਂ ਲਾਈਨਾਂ ਦੇ ਵਿੱਚ ਵੀ ਲਿਖ ਸਕਦੇ ਹੋ। ਅਗਰ ਤੁਹਾਨੂੰ ਯਾਦ ਨਹੀਂ ਹੈ, ਠੀਕ ਹੈ, ਤਾਂ ਮਤਲਬ ਕਿ ਕੁਛ ਇਹੋ ਜਿਹਾ ਆ ਗਿਆ ਤੁਸੀਂ ਯਾਦ ਨਹੀਂ ਕੀਤਾ ਹੋਇਆ, ਤਾਂ ਫਿਰ ਤੁਸੀਂ ਇਹ ਚੀਜ਼ ਅਪਣਾ ਸਕਦੇ ਹੋ ਕਿ ਉਹਨੂੰ ਲਾਈਨਾਂ ਦੇ ਵਿੱਚ ਉਹਦੀ ਸਾਰੀ ਸਟੋਰੀ ਲਿਖ ਦਿਓ ਜੋ ਵੀ ਹੈ, ਤੇ ਸ਼ਾਰਟ ਕੁਐਸਚਨ ਸਾਰੇ ਲਿਖ ਦਿਓ। ਤੇ ਕਈ ਬੱਚੇ ਕਹਿ ਰਹੇ ਸੀ ਪਹਿਲਾਂ ਕਿ ਲਾਈਨਾਂ ਦੇ ਵਿੱਚ ਲਿਖ ਸਕਦੇ ਕਿ ਨਹੀਂ, ਤੁਸੀਂ ਲਾਈਨਾਂ 'ਚ ਲਿਖ ਸਕਦੇ ਹੋ, ਲਿਖਿਆ ਵਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਹੋਵੇ। ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਤੁਹਾਡਾ ਲੌਂਗ ਕੁਐਸਚਨ ਆ ਇਹ ਅੱਧੇ ਪੇਜ ਤੇ ਤਾਂ ਜਾ ਵੀ ਜਾਵੇ, ਅੱਧੇ ਪੇਜ ਤੋਂ ਇੱਕ ਪੇਜ ਤੇ ਜਾ ਰਿਹਾ ਤਾਂ ਬਹੁਤ ਵਧੀਆ ਗੱਲ ਆ, ਤਾਂ ਇੱਕ ਤੋਂ ਵੱਧ ਵੀ ਜਾ ਰਿਹਾ ਤਾਂ ਵੀ ਠੀਕ ਹੈ, ਠੀਕ ਹੈ। ਪਰ ਇਹ ਨਹੀਂ ਹੈ ਕਿ 2 ਪੇਜਾਂ ਦਾ ਲੈ ਜਾਓ, 2 ਪੇਜਾਂ ਦਾ ਕੋਈ ਨੀਡ ਨਹੀਂ ਹੈਗੀ, ਕਿਉਂਕਿ 3 ਨੰਬਰ ਦਾ ਹੀ ਇਹ, ਜ਼ਿਆਦਾ ਅੰਕਾਂ ਦਾ ਨਹੀਂ ਹੈਗਾ ਹੈ। ਤੇ ਪੇਪਰ ਨੂੰ ਛੱਡ ਕੇ ਨਹੀਂ ਆਉਣਾ, ਕਿਸੇ ਵੀ ਹਾਲਤ 'ਚ ਕੋਈ ਵੀ ਕੁਐਸਚਨ ਨਹੀਂ ਛੱਡਣਾ ਚਾਹੀਦਾ, ਠੀਕ ਹੈ। ਸਾਰੀ ਚੀਜ਼ ਅਟੈਂਪਟ ਕਰਨੀ ਹੈ, ਕੁਝ ਵੀ ਨਹੀਂ ਛੱਡਣਾ ਹੈਗਾ। ਅਗਰ ਕੁਝ ਵੀ ਬਿਨਾਂ ਯਾਦ ਕਰੇ ਚੋਂ ਆ ਰਿਹਾ, ਤੁਸੀਂ ਉਸ ਚੈਪਟਰ ਦੀ ਸਟੋਰੀ 'ਚ ਜਾਣਾ। ਇਹ ਨਹੀਂ ਹੈ ਕਿ ਗੋਲਡ ਫਰੇਮ 'ਚ ਚੱਕ ਕੇ ਚੰਦੂ ਬਾੜ ਦਿਓ, ਐਵੇਂ ਨਹੀਂ, ਠੀਕ ਹੈ। ਮਤਲਬ ਕਿ ਉਸ ਚੈਪਟਰ ਦੇ ਜੋ ਤੁਹਾਨੂੰ ਨੌਲੇਜ ਆ ਤੁਸੀਂ ਉਹ ਲਿਖ ਸਕਦੇ ਹੋ।